लेवियांता 24वां पाव जिथे असीं पहुंच चुके हैं। हुण उन्हां नूं सारिआं नूं इंस्ट्रक्शनस दे कोल असीं आ गए। सो प्रभु ने हुण जिहड़ा सब तो पहला उन्होंने दस्सिया सी कि दीवे किद्दां बनाउणे आ, उसनूं दस्सिया सी कि रोटियां किस तरह दीयां होणीਆਂ ਚਾਹੀਦੀਆਂ, किद्दां बनाउणीਆਂ। एक बारी असीं फिर थोड़ा जिहा लेखा हुण उन्हां दा देखना हैगा, तो फिर असीं अगे इस नूं लैके बदल। सो 24वां भाव असीं 1 ਤੋਂ ਲੈ ਕੇ 9 आयत तक ਪਹਿਲਾਂ ਦੇਖਾਂਗੇ, और जिन्हें 24वां भाव भी 1 ਤੋਂ 9 पढ़नी है, उन्हें ही 10 ਤੋਂ 23 पढ़नी है। मैं पढ़ देना पास्टर जी। गो अहेड नेवर। दीवे सफा हैगा 173। दीविਆਂ ਲਈ ਤੇਲ ਦੀ ਭੇਂਟ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਸਰਾਈਲੀ ਲੋਕਾਂ ਨੂੰ ਕਹਿ ਕਿ ਉਹ ਜੈਤੂਨ ਦਾ ਪੀੜ ਕੇ ਕੱਢਿਆ ਹੋਇਆ ਸ਼ੁੱਧ ਤੇਲ ਤੰਬੂ ਦੇ ਦੀਵਿਆਂ ਲਈ ਲਿਆਉਣ, ਕਿ ਉਹ ਹਮੇਸ਼ਾ ਬਲਦੇ ਰਹਿਣ। ਤੰਬੂ ਦੇ ਅੰਦਰ ਪਰਦੇ ਦੇ ਬਾਹਰ ਹਰੂਨ ਹਮੇਸ਼ਾ ਸਵੇਰ ਤੋਂ ਤਰਕਾਲਾਂ ਤੱਕ ਦੀਵੇ ਬਾਲ ਕੇ ਰੱਖੇ। ਇਸ ਵਿਧੀ ਦੀ ਤੁਸੀਂ ਪੀੜ੍ਹੀਓ ਪੀੜ੍ਹੀ ਪਾਲਣਾ ਕਰਨਾ। ਉਹ ਸ਼ੁੱਧ ਸੋਨੇ ਦੇ ਬਣੇ ਸ਼ਮਾਦਾਨ ਉੱਤੇ ਹਮੇਸ਼ਾ ਦੀਵਿਆਂ ਨੂੰ ਸੰਭਾਲ ਕੇ ਰੱਖੇ। ਚੜਾਵੇ ਦੀ ਰੋਟੀ। ਤੁਸੀਂ 12 ਕਿਲੋ ਮੈਦਾ ਲੈ ਕੇ ਉਸ ਦੀਆਂ 12 ਹੀ 1-1 ਕਿਲੋ ਦੀਆਂ ਰੋਟੀਆਂ ਪਕਾ ਲੈਣਾ। ਉਹਨਾਂ 12 ਰੋਟੀਆਂ ਨੂੰ ਤੁਸੀਂ ਸ਼ੁੱਧ ਸੋਨੇ ਦੇ ਮੇਜ਼ ਉੱਤੇ 6-6 ਦੀਆਂ ਦੋਹਾਂ ਪਾਲਾਂ ਵਿੱਚ ਸਵਾਰ ਕੇ ਰੱਖ ਦੇਣਾ। ਦੋਹਾਂ ਪਾਲਾਂ ਉੱਤੇ ਥੋੜੀ ਥੋੜੀ ਸ਼ੁੱਧ ਧੂਪ ਰੱਖ ਦੇਣਾ। ਇਹ ਰੋਟੀ ਵੀ ਭੇਂਟ ਦੇ ਨਾਲ ਅੱਗ ਦੁਆਰਾ ਭੇਂਟ ਦਾ ਚਿੰਨ੍ਹ ਹੈ। ਹਰ ਸਬਤ ਵਾਲੇ ਦਿਨ ਪੁਰੋਹਿਤ ਨੇਮ ਦੀ ਯਾਦ ਵਿੱਚ ਇਹ ਭੇਂਟ ਪ੍ਰਭੂ ਅੱਗੇ ਚੜਾਵੇ। ਫਿਰ ਹਰੂਨ ਬੰਸੀ ਪੁਰੋਹਿਤ ਇਸ ਨੂੰ ਪਵਿੱਤਰ ਥਾਂ ਦੇ ਅੰਦਰ ਹੀ ਖਾਣ, ਕਿਉਂਕਿ ਇਹ ਪ੍ਰਭੂ ਅੱਗੇ ਅੱਗ ਦੁਆਰਾ ਚੜਾਈ ਗਈ ਭੇਂਟ ਵਿੱਚੋਂ ਸਭ ਤੋਂ ਪਵਿੱਤਰ ਹਿੱਸਾ ਹੈ ਜੋ ਪੁਰੋਹਿਤ ਦਾ ਹੈ। ਇੱਥੋਂ ਤੱਕ ਹੀ ਪੜ੍ਹਨਾ ਸੀ ਜੀ। ਹਾਂਜੀ, ਇੱਥੇ ਤੱਕ ਹਾਲੇ ਪੜ੍ਹਨਾ। ਸੋ ਇੱਥੇ ਸਾਨੂੰ ਹੁਣ 2 ਚੀਜ਼ਾਂ ਜਿਹੜੀਆਂ ਦੱਸੀਆਂ ਗਈਆਂ ਉਹ ਮੇਨ। ਸਭ ਤੋਂ ਪਹਿਲਾਂ ਦੀਵਿਆਂ ਦਾ ਜਿਹੜਾ ਤੇਲ ਆ ਉਹ ਸੰਗਤ ਨੇ ਲੈ ਕੇ ਆਉਣਾ ਦੀਵਿਆਂ ਦੇ ਲਈ, ਔਰ ਉਹ ਜਿਹੜਾ ਤੇਲ ਉੱਥੇ ਚੜਾਇਆ ਜਾਣਾ ਉਸਦਾ ਉਹ ਸਿਰਫ ਤੇ ਸਿਰਫ ਉਸੇ ਪਰਪਸ ਦੇ ਲਈ ਆ। ਸੋ ਬੇਸਿਕਲੀ ਉਹ ਕੀ ਕਰਦੇ ਸੀਗੇ ਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਜੌਬ ਲੱਗੀ ਹੁੰਦੀ ਸੀ ਪੁਰੋਹਿਤਾਂ ਦੀ, ਔਰ ਇੱਕ ਜਿਹੜਾ ਪੁਰੋਹਿਤ ਹੁੰਦਾ ਸੀ ਉਹ ਵਾਰੀ ਸਿਰ ਉਸਦੀ ਜੌਬ ਹੁੰਦੀ ਸੀ ਕਿ ਉਸਨੇ ਜਿਹੜਾ ਰਾਤ ਭਰ ਦੀਵਿਆਂ ਨੂੰ ਜਲਦਾ ਰੱਖਣਾ, ਔਰ ਸੁਬਾਹ ਨੂੰ ਜਾ ਕੇ ਫਿਰ ਉਹ ਬਦਲ ਜਾਂਦਾ ਸੀ। ਉਹਦੀ ਇੱਕ ਬੰਦੇ ਦੀ ਪੱਕੀ ਜੌਬ ਹੀ ਉਸ ਦੀਵਿਆਂ ਦੇ ਲਈ ਹੁੰਦੀ ਸੀ, ਔਰ ਉਸ ਉਹਨਾਂ ਦੀ ਜਿਹੜੀ ਸਫਾਈ। ਸੋ ਜਿਹੜੇ ਦੀਵੇ ਹੁੰਦੇ ਸੀ ਬੇਸਿਕਲੀ ਇਹ ਜਿਹੜਾ ਸਾਰਾ ਪ੍ਰਭੂ ਦਾ ਜਿਹੜਾ ਇਹ ਉਹਨਾਂ ਨੇ ਮਨੋਰਾ ਜਿਹੜਾ ਬਣਾਇਆ ਸੀਗਾ, ਇਸੇ ਐਕਚੁਅਲੀ ਐਂਡ ਦੇ ਵਿੱਚ ਜਾ ਕੇ ਇਸ ਤਰ੍ਹਾਂ ਫੁੱਲਾਂ ਦੀ ਵਾਂਗ ਏਦਾਂ ਸੀ, ਉਹਨਾਂ ਦੇ ਵਿੱਚ ਦੀਵੇ ਰੱਖੇ ਹੁੰਦੇ ਸੀ। ਔਰ ਦੀਵਿਆਂ ਦੇ 2 ਸੈੱਟ ਹੁੰਦੇ ਸੀ। ਇੱਕ ਜਿਹੜਾ ਹੁੰਦਾ ਸੀ, ਜਿਹੜਾ ਗਵਲਾ ਦੀਵਾ ਹੁੰਦਾ ਸੀ ਉਹ ਵੱਡਾ ਆ, ਉਹ ਸਾਈਜ਼ ਦਾ ਵੱਡਾ, ਉਹ ਦਿਨ ਰਾਤ ਜਗਦਾ ਰਹਿੰਦਾ ਸੀ, ਉਸਨੂੰ ਬੁਝਣ ਬਿਲਕੁਲ ਨਹੀਂ ਸੀ ਦਿੰਦੇ। ਈਵਨ ਦੋ ਕਿ ਜਿਹੜੇ ਦੂਸਰੇ ਜਿਹੜੇ ਦੀਵੇ ਆ ਉਹ ਉਹਨਾਂ ਨੂੰ ਬੁਝਾ ਕੇ ਤਾਂ ਉਹਨਾਂ ਨੂੰ ਦੁਬਾਰਾ ਜਲਾਉਂਦੇ ਸੀ, ਔਰ ਉਹਨਾਂ ਨੂੰ ਸਿਰਫ ਤੇ ਸਿਰਫ ਉਸ ਅੱਗ ਤੋਂ ਲੈ ਕੇ ਜਲਾਉਂਦੇ ਸੀ। ਔਰ ਫਿਰ ਉਹ ਕੀ ਕਰਦੇ ਸੀ ਕਿ ਉਹ ਦੀਵੇ ਨੂੰ ਉਸੇ ਤਰ੍ਹਾਂ ਲੈ ਕੇ ਜਿਹੜਾ ਉਹਦੀ ਜਗ੍ਹਾ ਤੇ ਦੀਵਾ ਰੱਖਿਆ ਵੱਡਾ ਦੀਵਾ, ਉਹਨੂੰ ਉਸੇ ਦੀਵੇ ਤੋਂ ਫਿਰ ਰੋਸ਼ਨੀ ਦਿੰਦੇ ਸੀਗੇ। ਫਿਰ ਉਸਨੂੰ ਉਹਦੀ ਬੱਤੀ ਨੂੰ ਜਗਾ ਕੇ ਤੇ ਫਿਰ ਪਹਿਲੇ ਦੀਵੇ ਨੂੰ ਉੱਤੇ ਰੱਖ ਕੇ ਤੇ ਫਿਰ ਜਿਹੜਾ ਦੂਸਰਾ ਦੀਵਾ ਹੁੰਦਾ ਸੀ ਉਸਦੀ ਕਲੀਨ ਅਪ ਦੇ ਲਈ ਉਸਨੂੰ ਤਿਆਰ ਕੀਤਾ ਜਾਂਦਾ ਸੀ। ਸੋ ਇਹ ਇਸ ਦੇ ਲਈ ਇੱਕ ਖਾਸ ਪੁਰੋਹਿਤ ਹੁੰਦੇ ਸੀ ਜਿਨ੍ਹਾਂ ਦੀ ਜੌਬ ਸਿਰਫ ਤੇ ਸਿਰਫ ਦੀਵਿਆਂ ਦੇ ਉੱਤੇ ਹੁੰਦੀ ਸੀ ਕਿ ਪ੍ਰਭੂ ਦੀ ਰੋਸ਼ਨੀ ਦਿਨ ਰਾਤ ਜਗਦੀ ਰਹੇ, ਪ੍ਰਭੂ ਦੀ ਰੋਸ਼ਨੀ ਦਿਨ ਰਾਤ ਚੱਲਦੀ ਰਹੇ। ਔਰ ਜਿਸ ਲਈ ਉਹ ਇੱਕ ਥਾਂ ਤੋਂ ਉਸ ਨੂੰ ਲੈ ਕੇ ਫਿਰ ਦੂਜੇ ਥਾਂ ਦੇ ਉੱਤੇ ਜਾਂਦੇ ਸੀ, ਕਿਉਂਕਿ ਚਾਬਰ ਲੈ ਕੇ ਉਹਨਾਂ ਦੇ ਮੋਹਰੇ ਜਾਂਦਾ ਸੀ, ਤਾਂ ਫਿਰ ਜਿਹੜਾ ਗਵਲਾ ਦੀਵਾ ਹੁੰਦਾ ਸੀ ਬਾਕੀਆਂ ਨੂੰ ਬੁਝਾ ਦਿੰਦੇ ਸੀ, ਜਿਹੜਾ ਗਵਲਾ ਦੀਵਾ ਹੁੰਦਾ ਸੀ ਉਸ ਨੂੰ ਜਗਦਾ ਰੱਖਦੇ ਸੀ। ਉਸਦੇ ਲਈ ਉਹਨਾਂ ਨੇ ਸਪੈਸ਼ਲ ਕੰਟੇਨਰ ਬਣਾਇਆ ਹੁੰਦਾ ਸੀ, ਔਰ ਫਿਰ ਉਹ ਵੀ ਇੱਕ ਪੁਰੋਹਿਤ ਦੀ ਜੌਬ ਹੁੰਦੀ ਸੀ ਕਿ ਉਸ ਨੂੰ ਲੈ ਕੇ ਚੱਲਣਾ, ਕਿਉਂਕਿ ਉਹ ਗਾਂ ਜਾ ਕੇ ਉਹਨਾਂ ਨੇ ਫਿਰ ਉਸੇ ਪ੍ਰੋਸੈਸ ਦੇ ਨਾਲ ਉਹਨਾਂ ਦੀਵਿਆਂ ਨੂੰ ਫਿਰ ਜਗਾਉਣਾ। ਔਰ ਇਹ ਉਹਨਾਂ ਦੀ ਵਿਧੀ ਸੀ। ਇਸ ਵਿਧੀ ਦੇ ਨਾਲ
ਜਿਹੜੀਆਂ ਰੋਟੀਆਂ 12 ਰੋਟੀਆਂ ਜਿਹੜੀਆਂ ਅਸੀਂ ਦੇਖਦੇ ਪਏ ਹਾਂ, ਇਹ ਹਰ ਇੱਕ ਕਬੀਲੇ ਦੇ ਲਈ ਇੱਕ ਇੱਕ ਜਿਹੜੀ ਰੋਟੀ ਆ ਨਿਸ਼ਾਨੀ ਦੇ ਤੌਰ ਦੇ ਉੱਤੇ। ਇਹ ਪ੍ਰਭੂ ਜਿਹੜਾ ਸਾਡਾ ਉਹ ਪ੍ਰੋਵਾਈਡਰ ਆ, ਪ੍ਰਭੂ ਜਿਹੜਾ ਉਹ ਸਾਡੀ ਰੋਸ਼ਨੀ ਆ। ਔਰ ਇਹਨਾਂ ਰੋਟੀਆਂ ਨੂੰ ਅਸੀਂ ਅੱਗੇ ਜਾ ਕੇ ਦੇਖਾਂਗੇ। ਬੇਸਿਕਲੀ ਇਹ ਵੀ ਦੋਨੇ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰੀਆਂ ਹੁੰਦੀਆਂ। ਸੋ ਲੇਕਿਨ ਅੱਜ ਮੈਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਹੁਣ ਇਸ ਪੁਸਤਕ ਨੂੰ ਲੈ ਕੇ ਅੱਗੇ ਵਧੀਏ, ਕਿਉਂਕਿ ਫਿਰ ਅੱਗੇ ਇਹ ਸਾਰਾ ਰੈਪੂਟੇਸ਼ਨ ਦੁਆਰਾ ਆਉਣਾ, ਫਿਰ ਉਸ ਰੈਪੂਟੇਸ਼ਨ ਦੇ ਵਿੱਚ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪੂਰਾ ਹੁੰਦਾ ਦੇਖਾਂਗੇ। ਸਵਾਲ ਹੈ ਰੋਟੀ, ਮੰਨੇ ਦੇ ਸਵਾਲ ਹੁੰਦਾ, ਰੋਟੀ ਦਾ ਸਵਾਲ। ਮੰਨੇ ਦੇ ਵਿੱਚ ਔਰ ਇਸ ਦੇ ਵਿੱਚ ਫਰਕ ਆ। ਔਰ ਇਹ ਉਹ ਪਵਿੱਤਰ ਰੋਟੀ ਹੈ ਜਿਹੜੀ ਸਿਰਫ ਪੁਰੋਹਿਤ ਖਾ ਸਕਦਾ। ਸੋ ਅਸੀਂ ਅੱਗੇ ਜਾ ਕੇ ਇਸ ਨੂੰ ਦੇਖਾਂਗੇ। ਆਓ ਹੁਣ 10 ਤੋਂ ਲੈ ਕੇ 1 ਤੱਕ ਦੇਖੀਏ। ਹਾਂਜੀ, ਸੱਚੇ ਨਿਆਂ ਅਤੇ ਸਜ਼ਾ ਦੀ ਇੱਕ ਉਦਾਹਰਣ। ਇੱਕ ਆਦਮੀ ਸੀ, ਉਸ ਦਾ ਪਿਤਾ ਮਿਸਰੀ ਸੀ ਪਰ ਮਾਂ ਇਸਰਾਇਲੀ ਸੀ। ਇਸ ਦਾ ਨਾਂ ਸਲੂਮੀਤ ਸੀ ਅਤੇ ਦਾਨ ਦੇ ਕਬੀਲੇ ਵਿੱਚੋਂ ਸੀ। ਉਸ ਆਦਮੀ ਦਾ ਝਗੜਾ ਡੇਰਿਆਂ ਦੇ ਵਿੱਚ ਕਿਸੇ ਇਸਰਾਇਲੀ ਆਦਮੀ ਨਾਲ ਹੋ ਗਿਆ, ਪਰ ਇਸਰਾਇਲੀ ਔਰਤ ਦੇ ਪੁੱਤਰ ਨੇ ਪ੍ਰਭੂ ਦੇ ਨਾਂ ਦੀ ਨਿੰਦਾ ਕੀਤੀ। ਲੋਕ ਉਸ ਆਦਮੀ ਨੂੰ ਮੂਸਾ ਕੋਲ ਲੈ ਗਏ। ਉਹਨਾਂ ਨੇ ਉਸ ਨੂੰ ਪ੍ਰਭੂ ਦੀ ਇੱਛਾ ਦੇ ਪਤਾ ਲੱਗਣ ਤੱਕ ਰੋਕੀ ਰੱਖਿਆ। ਪ੍ਰਭੂ ਨੇ ਮੂਸਾ ਨੂੰ ਕਿਹਾ, ਉਸ ਮਨੁੱਖ ਨੂੰ ਡੇਰਿਆਂ ਤੋਂ ਬਾਹਰ ਲੈ ਜਾਵੇ। ਉੱਥੇ ਉਸ ਦੇ ਸਿਰ ਤੇ ਉਹ ਸਭ ਲੋਕ ਹੱਥ ਰੱਖਣ ਜਿਨ੍ਹਾਂ ਨੇ ਉਸ ਨੂੰ ਪ੍ਰਭੂ ਦੀ ਨਿੰਦਾ ਕਰਦੇ ਸੁਣਿਆ ਸੀ। ਤਦ ਸਭ ਲੋਕ ਮਿਲ ਕੇ ਉਸ ਨੂੰ ਪਥਰਾਓ ਕਰਨ, ਤੂੰ ਇਸਰਾਇਲ ਦੇ ਸਭ ਲੋਕਾਂ ਨੂੰ ਦੱਸ ਕਿ ਹਰ ਮਨੁੱਖ ਦਾ ਜੋ ਵੀ ਪ੍ਰਭੂ ਦੀ ਨਿੰਦਾ ਕਰੇਗਾ ਪਾਪ ਉਸ ਦੇ ਸਿਰ ਲੱਗੇਗਾ। ਜੋ ਕੋਈ ਵੀ ਚਾਹੇ ਉਹ ਦੋਸ਼ੀ ਹੋਵੇ ਜਾਂ ਦੇਸੀ ਹੋਵੇ ਜਾਂ ਪਰਦੇਸੀ, ਜੋ ਤੁਹਾਡੇ ਵਿੱਚ ਰਹਿ ਰਿਹਾ ਹੋਵੇ, ਪ੍ਰਭੂ ਦੇ ਨਾਂ ਦੀ ਨਿੰਦਾ ਕਰਨ ਵਾਲਾ ਸਭ ਸੰਗਤ ਦੇ ਲੋਕਾਂ ਦੁਆਰਾ ਪਥਰਾਓ ਕੀਤਾ ਜਾਵੇ। ਜੋ ਮਨੁੱਖ ਕਿਸੇ ਦੂਜੇ ਮਨੁੱਖ ਦੀ ਜਾਨ ਲਵੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਜੋ ਮਨੁੱਖ ਕਿਸੇ ਦੇ ਪਸ਼ੂ ਨੂੰ ਮਾਰੇ, ਉਹ ਉਸ ਨੂੰ ਦੂਜਾ ਪਸ਼ੂ ਦੇਵੇ। ਸੋ ਗੱਲ ਕੀ, ਨਿਜਮੀ ਬਲ ਦੇ ਤੌਰ ਤੇ ਪ੍ਰਾਣ ਦੇ ਬਦਲੇ ਪ੍ਰਾਣ ਲਿਆ ਜਾਵੇ। ਜੇਕਰ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਦਾ ਕੋਈ ਅੰਗ ਛੇੜੇ ਤਾਂ ਉਸ ਦਾ ਵੀ ਉਹੀ ਅੰਗ ਤੋੜ ਦਿੱਤਾ ਜਾਵੇ, ਤੋੜੇ ਤਾਂ ਉਸ ਦਾ ਵੀ ਉਹੀ ਅੰਗ ਤੋੜ ਦਿੱਤਾ ਜਾਵੇ। ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ਆਦਿ। ਸੋ ਜੋ ਕੁਝ ਵੀ ਕੋਈ ਕਿਸੇ ਦੂਜੇ ਦੇ ਸਰੀਰਕ ਨੁਕਸਾਨ ਕਰੇ, ਉਸ ਦਾ ਵੀ ਉਹੀ ਕੀਤਾ ਜਾਵੇ। ਇਸ ਤਰ੍ਹਾਂ ਜੋ ਕੋਈ ਕਿਸੇ ਦੇ ਪਸ਼ੂ ਨੂੰ ਮਾਰੇ, ਉਹ ਉਸ ਪਸ਼ੂ ਦੀ ਥਾਂ ਦੂਜਾ ਭਰੇ। ਪਰ ਜੋ ਕੋਈ ਕਿਸੇ ਮਨੁੱਖ ਦੀ ਜਾਨ ਲਵੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਹ ਨਿਯਮ ਸਭ ਤੇ ਲਾਗੂ ਹੋਵੇ, ਚਾਹੇ ਕੋਈ ਇਸਰਾਇਲੀ ਹੋਵੇ ਜਾਂ ਪਰਾਇਆ। ਮੈਂ ਪ੍ਰਭੂ ਤੁਹਾਡਾ ਪਰਮੇਸ਼ਰ ਹਾਂ। ਮੂਸਾ ਦੇ ਇਹ ਸਭ ਕਹਿਣ ਚੁੱਕਣ ਦੇ ਪਿੱਛੋਂ ਲੋਕਾਂ ਨੇ ਪ੍ਰਭੂ ਦੇ ਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੂੰ ਡੇਰਿਆਂ ਤੋਂ ਬਾਹਰ ਲੈ ਜਾ ਕੇ ਪਥਰਾਓ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਪ੍ਰਭੂ ਦੀ ਆਗਿਆ ਪੂਰੀ ਕੀਤੀ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਵਾਈ ਦਿਸ ਹੈਪਨ, ਇਹ ਕਿਉਂ ਹੋਇਆ ਇਸ ਤਰ੍ਹਾਂ? ਕਿਉਂਕਿ ਅਗਰ ਅਸੀਂ ਧਿਆਨ ਦੇ ਨਾਲ ਦੇਖੀਏ ਕਿ ਉਸ ਦਾ ਬਾਪ ਮਿਸਰੀ ਸੀ ਪਰ ਮਾਂ ਇਜ਼ਰਾਈਲੀ ਸੀ। ਔਰ ਜਿਸ ਲਈ ਉਹ ਉੱਥੋਂ ਉੱਠ ਕੇ ਆਏ ਆ ਤੇ ਉਹ ਜਿਹੜਾ ਮੁੰਡਾ ਸੀ ਉਹ ਇਜ਼ਰਾਈਲੀਆਂ ਦੇ ਨਾਲ ਹੀ ਆ ਗਿਆ। ਔਰ ਇਹ ਇਕੱਲਾ ਨਹੀਂ ਸੀ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦੇ ਬਹੁਤ ਸੀ, ਕਿਉਂਕਿ ਉਹ ਇਹਨਾਂ ਦੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ। ਔਰ ਇਹਨਾਂ ਨੇ ਬਹੁਤ ਕੁਛ ਉੱਥੇ ਸਹਿਆ। ਔਰ ਬਹੁਤ ਬੱਚੇ ਐਸੇ ਸੀਗੇ ਜਿਨ੍ਹਾਂ ਦੇ ਬਾਪ ਮਿਸਰੀ ਸੀ। ਔਰ ਉਹ ਬੱਚੇ ਜਿਸ ਵੇਲੇ ਨਾਲ ਆ ਰਹੇ ਆ, ਔਰ ਕੁਛ ਇੱਕ ਬੱਚੇ ਐਸੇ ਸੀਗੇ ਜਿਹੜੇ ਆਪਣੇ ਬਾਪ ਦੇ ਨਾਲ ਪੜੇ ਸੀਗੇ, ਜਿਨ੍ਹਾਂ ਨੇ ਉਹ ਸਾਰੇ ਦੇਵੀ ਦੇਵਤੇ ਦੇਖਿਓ ਸੀ, ਜੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੀ ਗੁਜ਼ਰੀ ਹੋ ਸੀ। ਕਿਉਂਕਿ ਮਿਸਰੀ ਘਰਾਂ ਦੇ ਵਿੱਚ ਰਹਿੰਦੇ ਸੀਗੇ, ਸੋ ਉਹਨਾਂ ਦਾ ਜਿਹੜਾ ਸਿਰ ਸੀਗਾ ਉਹ ਬਹੁਤ ਉੱਚਾ ਸੀਗਾ, ਉਹ ਆਪਣੇ ਆਪ ਨੂੰ ਬਹੁਤ ਸਮਝਦੇ ਸੀ। ਪਰ ਮਿਸਰੀਆਂ ਨੇ ਕੀ ਕੀਤਾ, ਜਿਸ ਵੇਲੇ, ਕਿਉਂਕਿ ਅਸੀਂ ਇਹ ਪੜ੍ਹਦੇ ਕਿ ਉਹਨਾਂ ਨੂੰ ਧੱਕੇ ਦੇ ਕੇ ਉੱਥੋਂ ਕੱਢਿਆ ਉਹਨਾਂ ਨੇ। ਸੋ ਇਜ਼ਰਾਈਲੀ ਮਾਵਾਂ ਜਿਹੜੀਆਂ ਸੀਗੀਆਂ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਜਾਓ,
ਔਰ ਜਾਂਦੇ ਜਾਂਦੇ ਇਹਨਾਂ ਬੱਚਿਆਂ ਨੂੰ ਵੀ ਨਾਲ ਲੈ ਜਾਓ, ਕਿਤੇ ਇਹਨਾਂ ਦੇ ਕਰਕੇ ਸਾਡੇ ਉੱਤੇ ਕੋਈ ਹੁਣ ਮੁਸੀਬਤ ਨਾ ਆਏ। ਸੋ ਇਹ ਉਹ ਸੀਗੇ ਨਿਆਣੇ ਜਿਹੜੇ ਆਪਣੀ ਇੱਛਾ ਦੇ ਨਾਲ ਨਹੀਂ ਆਏ ਸੀ, ਜਿਨ੍ਹਾਂ ਦਾ ਉਹ ਲਾਈਫ ਸਟਾਈਲ ਜਿਹੜਾ ਸੀਗਾ ਉਹ ਖਤਮ ਹੋ ਗਿਆ, ਜੋ ਇੱਟਾਂ ਨਹੀਂ ਸੀ ਪੱਥਦੇ, ਜੋ ਮਿਸਰੀ ਘਰਾਂ ਦੇ ਵਿੱਚ ਰਹਿੰਦੇ ਸੀਗੇ। ਮੂਸਾ ਵਾਂਗੂ ਰਾਜ ਮਹਿਲ ਦੇ ਵਿੱਚ ਤਾਂ ਨਹੀਂ ਰਹਿੰਦੇ ਸੀਗੇ, ਲੇਕਿਨ ਫਿਰ ਵੀ ਇੱਕ ਆਮ ਮਿਸਰੀ ਦੀ ਜਿਹੜੀ ਜ਼ਿੰਦਗੀ ਸੀਗੀ ਉਹ ਇਜ਼ਰਾਈਲੀਆਂ ਦੇ ਨਾਲੋਂ 1000 ਗੁਣਾ ਚੰਗੀ ਸੀ, ਰਾਈਟ। ਔਰ ਤੁਸੀਂ ਇਹ ਵੀ ਕਹਿ ਸਕਦੇ ਆ ਕਿ ਲੱਖਾਂ ਗੁਣਾ ਚੰਗੀ ਸੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਯੂਸਫ ਨੂੰ ਦੇਖਦੇ ਹਾਂ ਤੇ ਯੂਸਫ ਨੇ ਆਲੇ ਦੁਆਲੇ ਦਾ ਸਾਰਾ ਇਲਾਕਾ ਡਰੇਨ ਕਰ ਦਿੱਤਾ ਸੀਗਾ ਕਿ ਇੰਨਾ ਧਨ ਸੀਗਾ ਉਹਨਾਂ ਕੋਲ। ਲੋਕ ਪਹਿਲਾਂ ਜਿਸ ਲਈ ਖਾਣ ਨੂੰ ਲੈ ਕੇ ਆਏ ਆ, ਉਹਦੇ ਕੋਲ 7 ਸਾਲ ਦਾ ਖਾਣਾ ਉਸਨੇ ਭੰਡਾਰ ਬਣਾਇਓ। ਔਰ ਜਿਸ ਲਈ ਕਾਲ ਪੈ ਗਿਆ ਤੇ ਲੋਕ ਜਿਸ ਲਈ ਖਾਣਾ ਲੈਣ ਆਉਂਦੇ ਸੀਗੇ ਤਾਂ ਉਹ ਪਹਿਲਾਂ ਪੈਸੇ ਲੈ ਕੇ ਆਏ, ਫਿਰ ਉਹ ਆਪਣੇ ਜਾਨਵਰ ਵੇਚ ਕੇ ਉਹਨਾਂ ਨੇ ਖਾਧਾ, ਫਿਰ ਉਹਨਾਂ ਨੇ ਆਪਣੇ ਖੇਤ ਵੇਚ ਦਿੱਤੇ, ਫਿਰ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੇਚ ਦਿੱਤਾ। ਤੂੰ ਸਾਡੀ ਜਾਨ ਬਚਾਈ ਹੈ, ਤਾਂ ਵੀ ਉਹ ਧੰਨਵਾਦੀ ਸੀਗੇ, ਤੂੰ ਸਾਡੀ ਜਾਨ ਬਚਾਈ ਹੈ। ਸੋ ਉਹ ਕਹਿੰਦੇ ਕਿ ਇਜਿਪਟ ਦੇ ਵਿੱਚ ਹਾਲੇ ਵੀ ਇੰਨਾ ਸੋਨਾ ਦੱਬ ਹੋਇਆ, ਕਿਸੇ ਨੂੰ ਪਤਾ ਨਹੀਂ ਕਿੱਥੇ ਪਿਆ। ਅਸੀਂ ਇੱਕ ਰਾਜੇ ਦੀ ਗ੍ਰੇਵ ਦੇਖੀ ਸੀਗੀ ਜਿਹੜਾ 18 ਸਾਲ ਦੀ ਉਮਰ ਦੇ ਵਿੱਚ ਮਰ ਗਿਆ ਸੀਗਾ। ਉਹਦਾ ਮੈਂ ਤੁਹਾਨੂੰ ਟੂਮ ਦਿਖਾਇਆ ਸੀ ਕਿ ਉਹਦੇ ਟੂਮ ਦੇ ਵਿੱਚੋਂ ਕੀ ਕੁਛ ਨਿਕਲਿਆ। ਸੋਨਾ ਜੇ ਕੱਲਾ ਉਸਨੂੰ ਢਾਲ ਕੇ ਸੋਨਾ ਹੀ ਕੱਲਾ ਰੱਖ ਲਿਆ ਜਾਵੇ ਨਾ, ਹੁਣ ਤਾਂ ਉਹਨਾਂ ਦੀ ਜਿਹੜੇ ਆਰਟੀਫੈਕਟ ਉਹਨਾਂ ਦੀ ਕੀਮਤ ਬਿਲੀਅਨ ਡਾਲਰ ਦੇ ਵਿੱਚ ਆ। ਉਹ ਘੱਟੋ ਘੱਟ ਸੋਨੇ ਦੀ ਕੀਮਤ ਹੀ ਅੱਜ ਦੇ ਦਿਨ ਦੇ ਵਿੱਚ $1 ਬਿਲੀਅਨ ਹੈ, ਜਿਹੜਾ ਉਹਦੇ ਟੂਮ ਦੇ ਵਿੱਚੋਂ ਨਿਕਲਿਆ। ਅਸੀਂ ਜਿਸ ਲਈ ਕਾਫਨ ਬਣਾਉਂਦੇ ਆ ਤੇ ਉਹ ਕਾਫਨ ਲੱਕੜੀ ਦਾ ਹੁੰਦਾ, ਉਹਦੇ 3 ਕਾਫਨ ਸੀਗੇ। ਜਿਹੜਾ ਬਾਹਰਲਾ ਕਾਫਨ ਉਹ ਹੋਰ ਆ, ਉਹ ਲੱਕੜੀ ਦਾ ਆ। ਜਿਹੜਾ ਅੰਦਰ ਦਾ ਕਾਫਨ ਆ ਉਹ ਵੀ ਮੈਟਲ ਦਾ, ਜਿਹੜਾ ਅੰਦਰਲਾ ਉਹ ਤੋਂ ਅੰਦਰਲਾ ਉਹ ਪਿਓਰ ਸੋਨੇ ਦਾ ਹੈ, ਜਿਹਦੇ ਵਿੱਚ ਉਸ ਨੂੰ ਦਫਨਾਇਆ। ਇੰਨਾ ਧਨ ਸੀ ਉਹਨਾਂ ਕੋਲ। ਸੋ ਉਹਨਾਂ ਮਿਸਰੀ ਬੱਚਿਆਂ ਦਾ ਜਿਹੜੇ ਹਾਫ ਇਜ਼ਰਾਈਲੀ ਹਾਫ ਮਿਸਰੀ ਬਾਪ ਦੇ ਕਰਕੇ ਸੀ, ਉਹਨਾਂ ਦੇ ਉਹ ਜ਼ਿੰਦਗੀ ਜੀਂਦੇ ਸੀਗੇ। ਸੋ ਹੁਣ ਜਿਸ ਲਈ ਇੱਥੇ ਆਏ ਆ, ਜਿਸ ਲਈ ਉਜਾੜ ਦੇ ਵਿੱਚ ਉਹਨਾਂ ਨੂੰ ਮੰਨਾ ਖਾਣਾ ਪੈ ਰਿਹਾ, ਤੇ ਉਹ ਪਿੱਛੇ ਨੂੰ ਦੇਖਦੇ ਪਏ ਕਿ ਅਸੀਂ ਕਿੱਥੋਂ ਆਏ ਆ। ਸੋ ਇਸ ਕਰਕੇ ਉਸਨੇ ਕੋਈ ਐਸਾ ਬਹੁਤ ਵੱਡਾ ਗੁਨਾਹ ਪ੍ਰਭੂ ਦੇ ਲਈ ਕੀਤਾ ਆ, ਜਿਸ ਦੇ ਕਰਕੇ ਉਸਨੂੰ ਇਹ ਸਜ਼ਾ ਮਿਲੀ। ਔਰ ਇਹ ਸਜ਼ਾ ਇਸੇ ਕਰਕੇ, ਕਿਉਂਕਿ ਇਹ ਸਟੋਰੀ ਜਿਸ ਲਈ ਸ਼ੁਰੂ ਹੋਈ ਹੈ, ਦੇਖੋ ਅਸੀਂ ਬੜੇ ਧਿਆਨ ਦੇ ਨਾਲ ਇਸ ਨੂੰ ਦੇਖਦੇ ਪਏ। ਸੋ ਇਹਦੇ ਵਰਗੇ ਕਈ ਸੀਗੇ, ਇਹ ਇਕੱਲਾ ਨਹੀਂ ਸੀਗਾ, ਇਹਦੇ ਵਰਗੇ ਕਈ ਸੀਗੇ। ਇਸ ਕਰਕੇ ਇਹ ਸਖਤ ਕਾਨੂੰਨ ਉੱਥੇ ਲੈ ਕੇ ਆਉਣਾ ਪਿਆ ਕਿ ਕਿਸੇ ਕਿਸਮ ਦੀ ਐਨਆਰਕੀ ਜਾਂ ਕਿਸੇ ਕਿਸਮ ਦਾ ਕੌਮ ਦੇ ਵਿੱਚ ਇਸ ਤਰ੍ਹਾਂ ਦਾ ਤੰਤਰ ਨਾ ਹੋਵੇ। ਇਹ ਜਿਹੜੇ ਉਹਨਾਂ ਦੇ ਵਿੱਚ ਹਰੇਕ ਤੀਜੇ ਚੌਥੇ ਦਿਨ ਕੋਈ ਨਾ ਕੋਈ ਮੁਸੀਬਤ ਖੜੀ ਰਹਿੰਦੀ ਸੀਗੀ ਨਾ, ਇਹ ਉਸ ਨੂੰ ਠੀਕ ਕਰਨ ਦੇ ਲਈ ਪ੍ਰਭੂ ਨੂੰ ਇਹ ਹੁਕਮ ਦੇਣਾ ਪਿਆ, ਇਹ ਸਖਤੀ ਕਰਨੀ ਪਈ। ਔਰ ਮੂਸਾ ਨੇ ਇਹ ਹੁਕਮ ਇਸ ਕਰਕੇ ਲੋਕਾਂ ਨੂੰ ਦਿੱਤੇ ਕਿ ਬਰਾਬਰ ਦੀ ਸਜ਼ਾ ਦਿੱਤੀ ਜਾਏਗੀ, ਔਰ ਪ੍ਰਭੂ ਦੇ ਨਾਂ ਦੀ ਜਿਹੜਾ ਨਿੰਦਾ ਕਰੇਗਾ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਕਿਉਂ? ਕਿਉਂਕਿ ਰੋਜ਼ ਪ੍ਰਭੂ ਦਾ ਦਿੱਤਾ ਖਾਂਦਾ, ਉਹ ਰੋਜ਼ ਪ੍ਰਭੂ ਦਾ ਦਿੱਤਾ ਪਾਣੀ ਪੀਂਦਾ, ਉਹ ਹਰ ਰੋਜ਼ ਪ੍ਰਭੂ ਦੀ ਦਇਆ ਦੇ ਵਿੱਚ ਇੱਥੇ ਛੁਪਿਆ ਹੈ। ਉਹ ਸਵੇਰ ਨੂੰ ਉਸ ਬੱਦਲ ਦੀ ਛਾਵੇਂ ਬਹਿੰਦਾ, ਰਾਤ ਨੂੰ ਉਸ ਅੱਗ ਦੀ ਥੰਮ ਦੀ ਜਿਹੜੀ ਛਾਂ, ਜਿਹੜਾ ਨਿੱਘ ਆ ਉਹਦੇ ਵਿੱਚ ਉਹ ਸੌਂਦਾ ਹੈ। ਉਹ ਪ੍ਰਭੂ ਦੀ ਹਜ਼ੂਰੀ ਨੂੰ ਰੋਜ਼ ਦੇਖ ਰਿਹਾ ਕਿ ਪ੍ਰਭੂ ਦੀ ਹਜ਼ੂਰੀ ਸਾਡੇ ਵਿੱਚ। ਇਸ ਕਰਕੇ ਇਹ ਸਜ਼ਾ ਵੀ ਭਿਆਨਕ।
ਠੀਕ। ਸੋ ਆਓ 25ਵਾਂ ਭਾਵ, ਔਰ ਅਸੀਂ ਜਿੰਨੇ ਵੀ ਸੱਤਾਂ ਵਾਲੇ ਇਸ ਨੂੰ ਹੁਣ ਗਾਂ ਲੈ ਕੇ ਨਿਕਲਦੇ ਹਾਂ। ਸੋ ਅਸੀਂ ਕਰਾਂਗੇ ਇੱਕ ਆਇਤ ਤੋਂ ਲੈ ਕੇ ਔਰ ਅਸੀਂ 22 ਆਇਤ ਤੱਕ ਦੇਖਾਂਗੇ। ਜਿਸ ਨੂੰ ਮਿਲ ਜਾਏ ਉਸ ਨੂੰ मैं पढ़ने वास्ते ਮੇਰੀ ਭੈਣ। हाँ जी। 7ਵਾਂ ਸਾਲ। ਪ੍ਰਭੂ ਨੇ ਮੂਸਾ ਨੂੰ ਸੀਨੇ ਪਹਾੜ ਤੇ ਕਿਹਾ, ਤੂੰ ਇਸਰਾਇਲੀ ਲੋਕਾਂ ਨੂੰ ਦੱਸ ਕਿ ਜਦੋਂ ਤੁਸੀਂ ਉਸ ਧਰਤੀ ਤੇ ਪਹੁੰਚ ਜਾਵੋ ਜੋ ਮੈਂ ਤੁਹਾਨੂੰ ਦੇਵਾਂਗਾ, ਤਾਂ ਉੱਥੇ ਤੁਹਾਡੀ ਧਰਤੀ ਵੀ ਮੇਰੇ ਪਵਿੱਤਰ ਸ਼ਬਦ ਨੂੰ ਮਨਾਵੇ। ਤੁਸੀਂ 6 ਸਾਲਾਂ ਤੱਕ ਆਪਣੀ ਧਰਤੀ ਨੂੰ ਵਾਹੁਣਾ ਤੇ ਬੀਜਣਾ, ਅਤੇ 6 ਸਾਲ ਤੱਕ ਹੀ ਆਪਣੇ ਅੰਗੂਰੀ ਬਾਗਾਂ ਨੂੰ ਛਾਂਟਣਾ ਅਤੇ ਉਹਨਾਂ ਦੇ ਫਲ ਇਕੱਠਾ ਕਰਨਾ। ਪਰ 7ਵਾਂ ਸਾਲ ਤੁਹਾਡੀ ਧਰਤੀ ਲਈ ਸਬਤ ਠਹਿਰੇਗਾ, ਅਰਥਾਤ ਪ੍ਰਭੂ ਦੇ ਪਵਿੱਤਰ ਆਰਾਮ ਦਾ ਦਿਨ। ਇਸ ਲਈ 7ਵੇਂ ਸਾਲ ਵਿੱਚ ਨਾ ਤਾਂ ਤੁਸੀਂ ਆਪਣੀ ਧਰਤੀ ਨੂੰ ਵਾਹ ਕੇ ਬੀਜਣਾ ਤੇ ਨਾ ਹੀ ਆਪਣੇ ਅੰਗੂਰੀ ਬਾਗਾਂ ਨੂੰ ਛਾਂਟ ਕੇ ਉਹਨਾਂ ਦਾ ਫਲ ਇਕੱਠਾ ਕਰਨਾ, ਸਗੋਂ ਇਹ ਸਾਲ ਤੁਹਾਡੀ ਧਰਤੀ ਦੇ ਲਈ ਪਵਿੱਤਰ ਆਰਾਮ ਦਾ ਸਾਲ ਠਹਿਰੇ। ਪਰ ਤੁਹਾਡੀ ਧਰਤੀ ਸਬਤ ਦੇ ਸਾਲ ਵਿੱਚ ਵੀ ਆਪਣੇ ਆਪ ਤੁਹਾਡੇ ਲਈ, ਤੁਹਾਡੇ ਸਭ ਨੌਕਰ ਨੌਕਰਾਣੀਆਂ, ਤੁਹਾਡੇ ਕਾਮਿਆਂ ਲਈ ਅਤੇ ਉਹਨਾਂ ਸਭ ਪਰਦੇਸੀਆਂ ਲਈ ਜੋ ਤੁਹਾਡੇ ਵਿੱਚ ਰਹਿ ਰਹੇ ਹਨ ਭੋਜਨ ਪੈਦਾ ਕਰੇਗੀ। ਇੱਥੋਂ ਤੱਕ ਕਿ ਤੁਹਾਡੀ ਧਰਤੀ ਸਬਤ ਦੇ ਸਾਲ ਵਿੱਚ ਤੁਹਾਡੇ ਪਸ਼ੂਆਂ ਲਈ ਚਾਰਾ ਤੱਕ ਵੀ ਆਪਣੇ ਆਪ ਉਗਾਏਗੀ। ਬਹਾਲੀ ਦਾ ਸਾਲ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੁਸੀਂ 7 ਦੇ 7 ਵਾਰ ਆਪਣੇ ਸਾਲਾਂ ਦੀ ਗਿਣਤੀ ਕਰਨਾ ਜੋ 49 ਹੋਣ। ਤਦ 7ਵੇਂ ਮਹੀਨੇ ਦੇ 10ਵੇਂ ਦਿਨ, ਮਾਫੀ ਪ੍ਰਾਪਤੀ ਦੇ ਦਿਨ, ਤੁਸੀਂ ਇੱਕ ਆਦਮੀ ਨੂੰ ਬਿਗਲ ਦੇ ਕੇ ਆਪਣੇ ਸਾਰੇ ਦੇਸ਼ ਵਿੱਚ ਘੱਲਣਾ। ਉਹ ਇਸ ਬਿਗਲ ਨੂੰ ਉੱਚੀ ਆਵਾਜ਼ ਨਾਲ ਵਜਾਉਂਦਾ ਜਾਵੇ। ਇਸ ਤਰ੍ਹਾਂ 50ਵਾਂ ਸਾਲ ਤੁਹਾਡੇ ਸਭ ਲਈ ਬਹਾਲੀ ਦਾ ਪਵਿੱਤਰ ਸਾਲ ਠਹਿਰੇ। ਇਸ ਦਿਨ ਹਰ ਗੁਲਾਮ ਨੂੰ ਆਜ਼ਾਦ ਕਰ ਦਿੱਤਾ ਜਾਵੇ, ਹਰ ਕੋਈ ਦੂਜੇ ਦੀ ਗਹਿਣੇ ਲਈ ਚੀਜ਼ ਵਾਪਸ ਕਰ ਦੇਵੇ ਤੇ ਹਰ ਕੋਈ ਆਪਣੇ ਟੱਬਰ ਕੋਲ ਜਾਵੇ। ਇਹ ਸਾਲ ਤੁਹਾਡੇ ਲਈ ਵੱਡੀ ਖੁਸ਼ੀ ਅਤੇ ਆਨੰਦ ਦਾ ਹੋਵੇਗਾ। ਇਸ ਆਨੰਦਮਈ ਸਾਲ ਵਿੱਚ ਨਾ ਤਾਂ ਤੁਸੀਂ ਆਪਣੀ ਧਰਤੀ ਵਾਹੁਣਾ, ਨਾ ਜੋ ਉਸ ਵਿੱਚ ਉੱਗੇ ਕੱਟਣਾ, ਤੇ ਨਾ ਹੀ ਅਣਛਾਂਟੇ ਅੰਗੂਰੀ ਬਾਗਾਂ ਵਿੱਚੋਂ ਅੰਗੂਰ ਚੁਣਨਾ। ਸੋ ਇਹ ਸਾਲ ਤੁਹਾਡੇ ਲਈ ਅਤ ਪਵਿੱਤਰ ਸਾਲ ਹੋਵੇਗਾ। ਇਸ ਵਿੱਚ ਤੁਸੀਂ ਭੋਜਨ ਦੇ ਤੌਰ ਤੇ ਉਹੀ ਕੁਝ ਖਾਣਾ ਜੋ ਧਰਤੀ ਆਪਣੇ ਆਪ ਤੁਹਾਡੇ ਲਈ ਉਗਾਵੇ। ਇਸ ਸਾਲ ਵਿੱਚ ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਜੇ ਦਾ ਖਰੀਦਿਆ ਮਾਲ ਉਸਦੇ ਅਸਲੀ ਮਾਲਕ ਨੂੰ ਮੋੜ ਦੇਵੇ। ਤੁਸੀਂ ਲੈਣ ਦੇਣ ਵਿੱਚ ਇੱਕ ਦੂਜੇ ਨੂੰ ਧੋਖਾ ਨਾ ਦੇਣਾ। ਧਰਤੀ ਦਾ ਮੁੱਲ ਹਰ ਬਹਾਲੀ ਦੇ ਸਾਲ ਦੇ ਪਹਿਲਾਂ ਦੀ ਪੈਦਾਵਾਰ ਨੂੰ ਸਾਹਮਣੇ ਰੱਖ ਕੇ ਮਿਥਿਆ ਜਾਵੇ। ਜੇਕਰ ਬਹਾਲੀ ਦੇ ਸਾਲ ਤੋਂ ਪਹਿਲਾਂ ਕੋਈ ਧਰਤੀ ਅਧਿਕ ਸਾਲ ਫਸਲ ਪੈਦਾ ਕਰੇ ਤਾਂ ਉਸ ਦਾ ਮੁੱਲ ਵੱਧ ਮਿਥਿਆ ਜਾਵੇ, ਪਰ ਜੇਕਰ ਉਹ ਧਰਤੀ ਥੋੜੇ ਸਾਲ ਹੀ ਫਸਲ ਦੇਵੇ ਤਾਂ ਉਸ ਦਾ ਮੁੱਲ ਘੱਟ ਰੱਖਿਆ ਜਾਵੇ। ਸੋ ਤੁਸੀਂ ਇੱਕ ਦੂਜੇ ਨਾਲ ਲੈਣ ਦੇਣ ਵਿੱਚ ਧੋਖਾ ਨਾ ਖਾਣਾ, ਸਗੋਂ ਤੁਸੀਂ ਪਰਮੇਸ਼ਰ ਤੋਂ ਡਰਨਾ। ਮੈਂ ਪ੍ਰਭੂ ਤੁਹਾਡਾ ਪਰਮੇਸ਼ਰ ਹਾਂ। 7ਵੇਂ ਸਾਲ ਦੀ ਸਮੱਸਿਆ। ਪ੍ਰਭੂ ਨੇ ਮੂਸਾ ਨੂੰ ਅੱਗੇ ਕਿਹਾ, ਤੁਸੀਂ ਮੇਰੀਆਂ ਸਭ ਵਿਧੀਆਂ ਤੇ ਨਿਯਮਾਂ ਦੀ ਪਾਲਣਾ ਕਰਨਾ ਅਤੇ ਉਹਨਾਂ ਅਨੁਸਾਰ ਚੱਲਣਾ, ਤਾਂ ਤੁਸੀਂ ਬਿਨਾਂ ਫਿਕਰ ਦੇ ਰਹਿ ਸਕੋਗੇ ਅਤੇ ਤੁਹਾਡੀ ਧਰਤੀ ਇੰਨੀ ਪੈਦਾਵਾਰ ਦੇਵੇਗੀ ਕਿ ਤੁਸੀਂ ਰੱਜ ਕੇ ਖਾ ਸਕੋਗੇ ਤੇ ਬਿਨਾਂ ਡਰਦੇ ਰਹੋਗੇ। ਪਰ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਪੁੱਛੇ, ਜੇਕਰ ਅਸੀਂ ਧਰਤੀ ਨੂੰ ਨਾ ਵਾਹਾਂਗੇ ਤੇ ਨਾ ਬੀਜਾਂਗੇ ਤਾਂ ਉਹ ਪੈਦਾ ਕੀ ਕਰੇਗਾ ਅਤੇ ਅਸੀਂ ਕੀ ਖਾਵਾਂਗੇ? ਪਰ ਮੈਂ 6ਵੇਂ ਸਾਲ ਵਿੱਚ ਤੁਹਾਡੀ ਧਰਤੀ ਨੂੰ ਇੰਨੀ ਸੀਸ ਦੇਵਾਂਗਾ ਕਿ ਇਹ ਅਗਲੇ 3 ਸਾਲਾਂ ਦੇ ਲਈ ਭੋਜਨ ਪੈਦਾ ਕਰੇਗੀ। ਸੋ ਤੁਸੀਂ 8ਵੇਂ ਸਾਲ ਬੀਜਣ ਤੱਕ 6ਵੇਂ ਸਾਲ ਦੀ ਫਸਲ ਹੀ ਖਾਵੋਗੇ ਅਤੇ ਇਹ 9ਵੇਂ ਸਾਲ ਤੱਕ ਰਹੇਗੀ। ਆਮੀਨ। ਸੋ ਹੁਣ ਅਸੀਂ ਇੱਥੇ ਕੀ ਦੇਖਦੇ ਪਏ ਹਾਂ? ਇਹ ਬਿਲਕੁਲ ਉਹੀ ਜੋ ਇੱਥੇ ਬੈਠੇ ਉਹ ਦੇਖਦੇ ਪਏ ਆ ਨਾ। ਪ੍ਰਭੂ ਨੇ ਉਸੇ ਚੀਜ਼ ਦਾ ਕਿ ਤੁਸੀਂ ਇਸ ਚੀਜ਼ ਨੂੰ ਚੇਤੇ ਰੱਖਣਾ ਕਿ ਮੈਂ ਤੁਹਾਨੂੰ ਮੰਨਣਾ ਦਿੰਦਾ ਸੀ, ਔਰ ਹਰ ਸ਼ੁੱਕਰਵਾਰ ਨੂੰ ਤੁਸੀਂ ਦੁੱਗਣਾ ਮੰਨਾ ਇਕੱਠਾ ਕਰਦੇ ਸੀ, ਔਰ ਜਿਹੜਾ ਤੁਹਾਡਾ ਸ਼ਨੀਵਾਰ ਵਾਲੇ ਦਿਨ ਜੋ ਸਬਤ ਦਾ ਦਿਨ ਉਹਨਾਂ ਦਾ, ਉਸ ਦੇ ਵਿੱਚ ਉਹ ਖਾਂਦੇ ਸੀ। ਨਾ ਕਦੀ ਤਾਂ ਕਿਸੇ ਦਾ ਘਟਿਆ ਸੀ ਤੇ ਨਾ ਕਦੀ ਕਿਸੇ ਦਾ ਵਧਿਆ ਸੀ। ਹਰ ਇੱਕ ਢਿੱਡ ਭਰ ਕੇ ਖਾਂਦਾ ਸੀ। ਸੋ ਪ੍ਰਭੂ ਉਸੇ ਚੀਜ਼ ਨੂੰ ਜਿਸ ਲਈ ਹੁਣ ਉੱਥੇ ਜਾ ਰਹੇ ਆ, ਉਸਨੂੰ ਕੰਟੀਨਿਊ ਕਰਨ ਦੇ ਲਈ ਰੱਖਦਾ ਪਿਆ ਕਿ ਹਰੇਕ ਚੀਜ਼ ਜਿਹੜੀ ਹੈਗੀ ਉਹ 7 ਦੇ ਵਿੱਚ ਗਿਣੀ ਜਾਏ। ਜਿਹੜੀ ਤੁਸੀਂ ਜਿਹੜਾ ਤੁਹਾਡਾ 7ਵਾਂ ਸਾਲ ਆ, ਉਹ ਉਸ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਕਿ ਆਪਣੀ ਜਿਹੜੀ ਫਸਲ ਆ ਉਹਨਾਂ ਨੇ ਐਕਚੁਅਲੀ ਟਰਨ ਵਾਈਜ਼ ਖੇਤ ਰੱਖੇ ਹੁੰਦੇ ਸੀਗੇ, ਜਿਨ੍ਹਾਂ ਨੂੰ ਉਹ ਕਰਦੇ ਸੀ ਕਿ ਆਹ ਜਿਹੜਾ ਖੇਤ ਆ ਇਹ ਅਸੀਂ
ਮੰਨ ਲਓ ਕਿ ਕਿਸੇ ਦੇ 10 ਏਕੜ ਆ ਤਾਂ ਉਸਨੇ ਉਸਨੂੰ 7 ਹਿੱਸਿਆਂ ਦੇ ਵਿੱਚ ਵੰਡਿਆ ਹੁੰਦਾ ਸੀ, ਉਹਦੀ ਬਰਾਬਰੀ ਤੇ ਉਹਨਾਂ ਨੂੰ ਜਿੱਦਾਂ ਵੀ ਉਹ ਰੱਖਦੇ ਜਾਂਦੇ ਸੀਗੇ। ਜਿਹੜਾ ਬਾਅਦ ਦੇ ਵਿੱਚ ਇਹਨਾਂ ਦੀ ਇਹ ਜਿਹੜੀ ਇਹਨਾਂ ਨੇ ਆ ਕੇ ਜਿਸ ਚੀਜ਼ ਦੇ ਨਾਲ ਸ਼ੁਰੂਆਤ ਕੀਤੀ ਸੀ ਉਹ ਇਸ ਤਰੀਕੇ ਦੇ ਨਾਲ ਕੀਤੀ ਸੀ। ਲੇਕਿਨ ਜਿਹੜਾ ਪ੍ਰਭੂ ਨੂੰ ਇਹਨਾਂ ਨੇ ਹੁਕਮ ਦਿੱਤਾ, ਪ੍ਰਭੂ ਨੇ ਇਹਨਾਂ ਨੂੰ ਹੁਕਮ ਦਿੱਤਾ ਸੀ, ਉਹ ਇਹ ਦਿੱਤਾ ਸੀ ਕਿ ਤੁਸੀਂ ਆਪਣੀ ਸਾਰੀ ਫਸਲ ਸਾਰੇ ਖੇਤਾਂ ਦੇ ਵਿੱਚ ਬੀਜਣੀ, ਔਰ 7ਵੇਂ ਸਾਲ ਸਾਰੇ ਖੇਤਾਂ ਨੂੰ ਤੁਸੀਂ ਛੱਡਣਾ। ਸਾਡੇ ਵੀ ਇੱਕ ਕੰਮ ਕਰਦੇ ਹੁੰਦੇ ਸੀ ਬਜ਼ੁਰਗ, ਉਹ ਮੈਨੂੰ ਹੁਣ ਨਾਂ ਨਹੀਂ ਚੇਤਾ ਆਉਂਦਾ ਪਿਆ ਕਿ ਉਹਨੂੰ ਕੀ ਕਹਿੰਦੇ ਹੁੰਦੇ ਸੀਗੇ। ਜਿੱਦਾਂ ਉਹ 1 ਸਾਲ ਦੇ ਲਈ ਉਸ ਖੇਤ ਨੂੰ ਛੱਡ ਦਿੰਦੇ ਹੁੰਦੇ ਸੀ ਤੇ ਉਹਦੇ ਚ ਬੀਜਦੇ ਨਹੀਂ ਸੀ, ਤੇ ਫਿਰ ਉਸ ਤੋਂ ਅਗਲੇ ਸਾਲ ਉਹਦੇ ਵਿੱਚ ਵਾਹੁੰਦੇ ਬੀਜਦੇ ਹੁੰਦੇ ਸੀ। ਇਹ ਬੜੀ ਪੁਰਾਣੀ ਗੱਲ ਮੈਨੂੰ ਕਰਿਆ ਹੁੰਦਾ ਸੀ, ਤੇ ਮੈਂ ਚਾਚੇ ਦੇ ਕੁਝ ਅਸੀਂ ਜਾਣਾ ਤਾਂ ਉਹ ਏਦਾਂ ਕਰਦਾ ਕਿ ਮੇਰੇ ਡੈਡੀ ਤਾਂ ਰੇਲਵੇ ਦੇ ਵਿੱਚ ਸੀ, ਕਰਤਾਰਪੁਰ ਦੇ ਵਿੱਚ ਸੀਗੇ, ਤਾਂ ਜਿਸ ਲਈ ਅਸੀਂ ਪਿੰਡ ਜਾਂਦੇ ਹੁੰਦੇ ਸੀਗੇ ਤਾਂ ਉਸ ਲਈ ਚਾਚੇ ਨੇ ਦੱਸਣਾ ਕਿ ਆਹ ਰੱਖਿਆ ਇਹਨੂੰ ਸਾਧ ਕੁਛ ਏਦਾਂ ਪੈਂਦਾ ਹੁੰਦਾ ਸੀ। ਸੋ ਐਨੀ ਹਾਊ ਪ੍ਰਭੂ ਨੇ ਉਹਨਾਂ ਨੂੰ ਇਹ ਹੁਕਮ ਇਸ ਕਰਕੇ ਦਿੱਤੇ ਕਿ ਜਿਹੜੇ ਉਹਨਾਂ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਕੌਮਾਂ ਉਹ ਦੇਖਣ ਕਿ ਪ੍ਰਭੂ ਇਹਨਾਂ ਦੇ ਨਾਲ। ਕਹਿੰਦਾ ਜਿਸ ਤਰ੍ਹਾਂ ਹਰ 7ਵੇਂ ਦਿਨ ਮੈਂ ਤੁਹਾਨੂੰ ਦਿੰਦਾ, ਇਸੇ ਤਰ੍ਹਾਂ ਜਿਹੜਾ ਉਹ ਤੁਹਾਨੂੰ ਮੈਂ ਉਸ ਸਮੇਂ ਦੇ ਵਿੱਚ ਤੁਹਾਡੇ 6ਵੇਂ ਸਾਲ ਦੇ ਵਿੱਚ ਮੈਂ ਇੰਨੀ ਬਰਕਤ ਦੇ ਦੂੰਗਾ ਤੇ ਤੁਹਾਨੂੰ 7ਵੇਂ ਸਾਲ ਦੇ ਮਹਿਸੂਸ ਹੀ ਨਹੀਂ ਹੋਵੇਗਾ। ਔਰ ਫਿਰ ਉਸ ਦੇ ਨਾਲ ਹੁਣ ਪ੍ਰਭੂ ਨੇ ਇੱਕ ਹੋਰ ਚੀਜ਼ ਜੋੜ ਦਿੱਤੀ ਕਿ 49 ਸਾਲ ਤੱਕ ਤੁਸੀਂ ਇਸ ਤਰ੍ਹਾਂ ਕਰਨਾ, ਲੇਕਿਨ ਜਿਹੜਾ 50ਵਾਂ ਸਾਲ ਉਹਦੇ ਵਿੱਚ ਸਾਰੇ ਮੁਲਕ ਨੇ ਨਹੀਂ ਕੁਛ ਨਹੀਂ ਬੀਜਣਾ। ਸੱਜੋ ਕੀ ਕਿ ਧਰਤੀ ਵੀ ਆਰਾਮ ਕਰਦੀ ਹੈ। It's a rest. It's a year of rest. ਪ੍ਰਭੂ ਨੇ ਇੱਕ ਉਹਨਾਂ ਨੂੰ ਹਰ ਜਿਹੜੀ ਜਨਰੇਸ਼ਨ ਆ ਐਟ ਲੀਸਟ ਇੱਕ ਜੁਬਲੀ ਜ਼ਰੂਰ ਦੇਖਦੀ ਸੀ, ਔਰ ਉਸ ਦੇ ਵਿੱਚ ਇਹ ਇਸ ਤਰ੍ਹਾਂ 50ਵੇਂ ਸਾਲ ਦੇ ਵਿੱਚ ਜਾ ਕੇ ਇਹ ਸਾਰੀ ਧਰਤੀ ਨੂੰ ਆਰਾਮ ਦਿੰਦੇ ਸੀ। ਜਾਨਵਰ ਵਿਚਾਰੇ ਆਪਣੀ ਚੁਗਦੇ ਸੀ, ਆਪਣੇ ਆਪ ਜੋ ਉਗਦਾ ਸੀ ਉਹ ਸਿਰਫ ਉਸ ਨੂੰ ਖਾਂਦੇ ਸੀ, ਔਰ ਬਾਕੀ ਦੀਆਂ ਕੌਮਾਂ ਜਿਹੜੇ ਆਲੇ ਦੁਆਲੇ ਦੀਆਂ ਕੌਮਾਂ ਸੀ ਉਹ ਦੇਖਦੀਆਂ ਸੀ। ਇਹਨਾਂ ਦਾ ਪਰਮੇਸ਼ਵਰ ਇਹਦੇ ਨਾਲ, ਇਹਨਾਂ ਦਾ ਪਰਮੇਸ਼ਵਰ ਇਹਦੇ ਨਾਲ। ਸੋ ਜੁਬਲੀ ਦੇ ਵਿੱਚ ਉਹ ਇੱਕ ਹੋਰ ਕੰਮ ਕਰਦੇ ਸੀਗੇ। ਸੋ ਅਸੀਂ ਉਸ ਨੂੰ ਹੁਣ ਅੱਗੇ ਪੜਾਂਗੇ ਕਿਉਂਕਿ ਇਹ ਬਹੁਤ ਜ਼ਰੂਰੀ ਜਿਹੜਾ ਅਗਲਾ ਹਿੱਸਾ, ਆਓ ਇਸ ਨੂੰ ਦੇਖੀਏ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਅਸੀਂ ਦੁਬਾਰਾ ਪੜ੍ਹਨੀਆਂ, ਸੋ ਇਸ ਕਰਕੇ ਮੈਂ ਥੋੜਾ ਤੇਜ਼ ਜਾਣਾ ਪਿਆ ਇਹਦੇ ਵਿੱਚ ਵੀ। ਸੋ ਆਓ 23 ਤੋਂ ਲੈ ਕੇ ਹੁਣ ਅਸੀਂ 23 ਤੋਂ ਲੈ ਕੇ 34 ਤਾਈਂ ਦੇਖਦੇ ਜਿਸ ਨੂੰ ਜਾਇਦਾਦ ਦੀ ਬਹਾਲੀ। ਪ੍ਰਭੂ ਨੇ ਅੱਗੇ ਕਿਹਾ, ਤੁਸੀਂ ਧਰਤੀ ਨੂੰ ਹਮੇਸ਼ਾ ਦੇ ਲਈ ਨਾ ਵੇਚਣਾ, ਕਿਉਂਕਿ ਧਰਤੀ ਦਾ ਅਸਲ ਮਾਲਕ ਮੈਂ ਹਾਂ। ਤੁਸੀਂ ਤਾਂ ਉਸ ਤੇ ਕੇਵਲ ਮੁਸਾਫਰ ਅਤੇ ਪਰਦੇਸੀ ਹੋ। ਤੁਸੀਂ ਕਿਤੇ ਵੀ ਰਹੋ, ਪਰ ਤੁਸੀਂ ਧਰਤੀ ਨੂੰ ਉਸ ਦੇ ਅਸਲੀ ਮਾਲਕ ਦੇ ਵਾਪਸ ਲੈਣ ਦੇ ਹੱਕ ਨੂੰ ਸਵੀਕਾਰ ਕਰਨਾ। ਜੇਕਰ ਕੋਈ ਇਸਰਾਈਲੀ ਗਰੀਬੀ ਹਾਲਤ ਵਿੱਚ ਆਪਣੀ ਜਾਇਦਾਦ ਵੇਚਣ ਲਈ ਮਜਬੂਰ ਹੋ ਜਾਵੇ ਤਾਂ ਉਸ ਦਾ ਲਾਗੇ ਦਾ ਸੰਬੰਧੀ ਉਸ ਨੂੰ ਵਾਪਸ ਖਰੀਦ ਸਕਦਾ ਹੈ। ਪਰ ਜੇਕਰ ਉਸ ਦਾ ਲਾਗੇ ਦਾ ਸੰਬੰਧੀ ਕੋਈ ਨਹੀਂ ਹੈ, ਪਰ ਪਿੱਛੋਂ ਆਪ ਹੀ ਫਿਰ ਇਸ ਯੋਗ ਹੋ ਜਾਵੇ ਕਿ ਉਸ ਕੋਲ ਆਪਣੀ ਜਾਇਦਾਦ ਨੂੰ ਵਾਪਸ ਖਰੀਦਣ ਜੋਗਾ ਧਨ ਹੋ ਜਾਵੇ, ਤਾਂ ਉਹ 19 ਸਾਲਾਂ ਦਾ ਜਿੰਨੇ ਅਜੇ ਬਹਾਲੀ ਦੇ ਸਾਲ ਵਿੱਚ ਬਾਕੀ ਹਨ ਹਿਸਾਬ ਨਾਲ ਪੈਸਾ ਦੇ ਕੇ ਉਸ ਆਦਮੀ ਕੋਲੋਂ ਜਿਸ ਕੋਲ ਉਸ ਦੀ ਜਾਇਦਾਦ ਹੈ ਵਾਪਸ ਲੈ ਲਵੇ। ਪਰ ਜੇਕਰ ਉਸ ਕੋਲ ਖਰੀਦਣ ਜੋਗਾ ਧਨ ਨਹੀਂ ਹੈ ਤਾਂ ਅਗਲੇ ਬਹਾਲੀ ਦੇ ਸਾਲ ਤੱਕ ਆਪਣੀ ਜਾਇਦਾਦ ਉਸੇ ਆਦਮੀ ਕੋਲ ਰਹਿਣ ਦੇਵੇ ਜਿਸਨੇ ਉਸ ਤੋਂ ਖਰੀਦੀ ਹੈ, ਜੋ ਉਸ ਨੂੰ ਬਹਾਲੀ ਵਾਲੇ ਸਾਲ ਵਿੱਚ ਵਾਪਸ ਕਰ ਦੇਵੇਗਾ। ਜੇਕਰ ਕੋਈ ਮਨੁੱਖ ਪੱਕੇ ਸ਼ਹਿਰ ਵਿੱਚ ਜਿਸ ਦੇ ਚਾਰੇ ਪਾਸੇ ਦੀਵਾਰ ਹੈ ਆਪਣਾ ਘਰ ਵੇਚੇ ਤਾਂ ਉਹ 1 ਸਾਲ ਦੇ ਅੰਦਰ ਅੰਦਰ ਉਸ ਨੂੰ ਵਾਪਸ ਖਰੀਦ ਸਕਦਾ ਹੈ। ਪਰ ਜੇਕਰ ਉਹ ਮਨੁੱਖ ਸਾਲ ਦੇ ਅੰਦਰ ਉਸ ਘਰ ਨੂੰ ਨਾ ਵਾਪਸ ਖਰੀਦ ਸਕੇ ਤਾਂ ਉਹ ਘਰ ਖਰੀਦਣ ਵਾਲੇ ਅਤੇ ਉਸਦੇ ਵਾਰਸਾਂ ਦਾ ਹੋ ਜਾਵੇਗਾ। ਫਿਰ ਉਹ ਬਹਾਲੀ ਵਾਲੇ ਸਾਲ ਵਿੱਚ ਵੀ ਵਾਪਸ ਨਹੀਂ ਕੀਤਾ ਜਾਵੇਗਾ। ਪਰ ਕੱਚੇ ਪਿੰਡ ਜਾਂ ਬਿਨਾਂ ਚਾਰ ਦੀਵਾਰੀ ਵਾਲੇ ਸ਼ਹਿਰਾਂ ਦੇ ਘਰ ਖੇਤਾਂ ਵਾਂਗ ਸਮਝੇ ਜਾਣ, ਇਸ ਲਈ ਕਿਸੇ ਵੀ ਸਮੇਂ ਵਾਪਸ ਖਰੀਦੇ ਜਾ ਸਕਦੇ ਹਨ ਅਤੇ ਬਹਾਲੀ ਵਾਲੇ ਸਾਲ ਵਾਪਸ ਮੋੜ ਦਿੱਤੇ ਜਾਣ। ਪਰ ਲੇਵੀ ਲੋਕ ਆਪਣੇ ਸ਼ਹਿਰਾਂ ਵਿੱਚ ਕਿਸੇ ਵੀ ਸਾਲ ਵਿੱਚ ਕਿਸੇ ਵੀ ਸਮੇਂ ਆਪਣੇ ਘਰ ਵਾਪਸ ਖਰੀਦ ਸਕਦੇ ਹਨ।
ਪਰ ਜੇਕਰ ਕੋਈ ਲੇਵੀ ਆਪਣਾ ਘਰ ਵਾਪਸ ਨਾ ਖਰੀਦ ਸਕੇ ਤਾਂ ਉਹ ਬਹਾਲੀ ਵਾਲੇ ਸਾਲ ਵਿੱਚ ਵਾਪਸ ਮੋੜ ਦਿੱਤਾ ਜਾਵੇ। ਲੇਵੀਆਂ ਦੇ ਸ਼ਹਿਰ ਦੇ ਬਾਹਰਲੀ ਖੁੱਲੀ ਧਰਤੀ ਕਦੀ ਵੇਚੀ ਜਾਂ ਖਰੀਦੀ ਨਾ ਜਾਵੇ, ਕਿਉਂਕਿ ਇਹ ਉਹਨਾਂ ਦੀ ਮਲਕੀਅਤ ਹੈ। ਫਸਟ ਜੀ ਇੱਥੇ ਤੱਕ ਹੀ ਪੜ੍ਹਨਾ। ਇੱਥੇ ਅਸੀਂ ਕਿ ਬਹਾਲੀ ਵਾਲਾ ਸਾਲ ਕਿਹੜਾ ਆ? ਜੁਬਲੀ, ਯੂਰਪ ਤੋਂ ਜੁਬਲੀ। ਜੇ ਕਿਸੇ ਨੇ ਆਪਣੀ ਜ਼ਮੀਨ ਵੇਚੀ ਆ, ਮੰਨ ਲਓ ਕਿ ਕਿਸੇ ਨੇ ਆਪਣੀ ਗਰੀਬੀ ਦੇ ਵਿੱਚ ਆਪਣੀ ਜ਼ਮੀਨ ਵੇਚੀ ਆ, ਉਸਨੇ ਉਸਨੂੰ ਈਅਰ 1 ਦੇ ਵਿੱਚ ਵੇਚ ਦਿੱਤਾ, ਤਾਂ ਫਿਰ ਜਿਹੜਾ ਬੰਦੇ ਨੇ ਉਹ ਜ਼ਮੀਨ ਉਸਨੂੰ ਪੈਸੇ ਦਿੱਤੇ ਆ, ਕਿਉਂਕਿ ਜ਼ਮੀਨ ਕਿਸੇ ਵੀ ਬੰਦੇ ਦੀ ਨਹੀਂ, ਸਿਰਫ ਉਹਨਾਂ ਨੂੰ ਅਲਾਟ ਕੀਤੀ ਗਈ ਆ। ਸਾਰੀ ਦੀ ਸਾਰੀ ਜਿਹੜੀ ਜ਼ਮੀਨ ਆ ਪਰਮੇਸ਼ਵਰ ਦੀ, ਮਾਲਕ ਪਰਮੇਸ਼ਵਰ। ਸੋ ਇਸ ਕਰਕੇ ਪ੍ਰਭੂ ਨੇ ਜਿਹੜੀ ਮਲਕੀਅਤ ਆ ਜ਼ਮੀਨ ਦੀ, ਉਸਨੂੰ ਉਹਨਾਂ ਨੂੰ, ਤਾਂ ਕਿ ਉਹ ਆਪਣੇ ਆਪ ਨੂੰ ਇਹ ਨਾ ਸਮਝਣ ਕਿ ਸਾਡੀ ਜ਼ਮੀਨ ਆ। ਔਰ ਯਹੂਦੀ ਹਾਲੇ ਵੀ ਉਹ ਕਹਿੰਦੇ ਹੈਗੇ ਕਿ ਸਾਡੀ ਜ਼ਮੀਨ ਆ, ਉਹ ਹਾਲੇ ਵੀ ਕਹਿੰਦੇ ਪ੍ਰਭੂ ਦੀ ਜ਼ਮੀਨ ਆ। ਔਰ ਇਹੋ ਹੀ ਉੱਥੇ ਮਸਲਾ ਚੱਲਦਾ ਪਿਆ ਸਾਰੀ ਦਾ ਸਾਰਾ। ਸੋ ਜਿਸ ਵੇਲੇ ਕਿਸੇ ਇਨਸਾਨ ਨੇ, ਮੰਨ ਲਓ ਕਿ ਉਸਨੇ ਕਰਜ਼ਾ ਲਿਆ, ਉਸਨੇ ਆਪਣੀ ਜ਼ਮੀਨ ਉਸਨੂੰ ਦੇ ਦਿੱਤੀ ਕਿ ਲੈ ਤੂੰ ਲੈ, ਤਾਂ ਉਹ ਜਿਹੜਾ ਕਰਜ਼ਾ ਸੀ ਉਸਨੂੰ 50 ਸਾਲ ਦੇ ਵਿੱਚ ਇਸ ਤਰ੍ਹਾਂ ਵੰਡ ਦਿੱਤਾ। ਮੰਨ ਲਓ ਕਿ ਉਸਨੇ 50,000 ਜਿਹੜਾ ਹੈਗਾ ਉਹ ਲਿਆ। ਸੋ ਅਗਰ ਉਸਨੇ ਉਹ ਜ਼ਮੀਨ ਵਾਪਸ ਲੈਣੀ ਹੋਵੇ ਤਾਂ ਸਾਲ ਬਾਅਦ ਉਸਨੂੰ $49,000 ਵਾਪਸ ਦੇਣਾ। 2 ਸਾਲਾਂ ਬਾਅਦ ਉਸਨੂੰ ਸਿਰਫ $48,000 ਵਾਪਸ ਦੇਣਾ, ਔਰ 20 ਸਾਲਾਂ ਬਾਅਦ ਉਸਨੂੰ $30,000 ਵਾਪਸ ਦੇ ਕੇ ਆਪਣੀ ਜ਼ਮੀਨ ਲੈ ਸਕਦਾ, ਔਰ 49 ਸਾਲ ਬਾਅਦ ਉਹ $1,000 ਦੇ ਕੇ ਆਪਣੀ ਜ਼ਮੀਨ ਲੈ ਸਕਦਾ, ਪਰ 50ਵੇਂ ਸਾਲ ਉਹਦੀ ਜ਼ਮੀਨ ਬਿਨਾਂ ਕਿਸੇ ਪੈਸੇ ਤੋਂ ਵਾਪਸ ਆ ਜਾਏ, ਤਾਂ ਕਿ ਇੱਕ ਜਨਰੇਸ਼ਨ ਦਾ ਜਿਹੜਾ ਭਾਰ ਆ ਉਹ ਦੂਸਰੀ ਜਨਰੇਸ਼ਨ ਤੇ ਨਾ। ਇਹ ਪ੍ਰਭੂ ਦਾ ਉਹਨਾਂ ਨੂੰ ਹੁਕਮ ਸੀ, ਪਰ ਇਹ ਅਲੱਗ ਸੀ ਜੋ ਬਾਕੀ ਦੀਆਂ ਕੌਮਾਂ ਦੇ ਵਿੱਚ ਹੈ ਨਹੀਂ ਸੀ, ਤਾਂ ਕਿ ਉਹ ਦੇਖ ਸਕਣ ਕਿ ਇਸ ਦੇਸ਼ ਦਾ ਜਿਹੜਾ ਮਾਲਕ ਆ ਪ੍ਰਭੂ ਆਪ, ਔਰ ਪ੍ਰਭੂ ਦੀ ਮਲਕੀਅਤ ਦੇ ਵਿੱਚ ਜਿਹੜੇ ਲੋਕ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਂਦੇ। ਜੋ ਚੀਜ਼ ਪ੍ਰਭੂ ਉਹਨਾਂ ਨੂੰ ਦੇ ਰਿਹਾ ਸੀ, ਇਟ ਵਾਸ ਬੇਸਿਕਲੀ ਹੈਵਨ ਔਨ ਅਰਥ। ਉਹਨਾਂ ਨੂੰ ਇੱਕ ਨਵਾਂ ਇਹ ਸਾਰਾ ਸੰਵਿਧਾਨ ਸੀ ਜਿਹੜਾ ਉਹਨਾਂ ਨੂੰ ਮਿਲਦਾ ਕਿ ਤੁਹਾਡਾ ਦੇਸ਼ ਕਿਸ ਤਰ੍ਹਾਂ ਚੱਲਣਾ, ਇਸ ਨੂੰ ਤੁਸੀਂ ਕਿਸ ਤਰ੍ਹਾਂ ਚੱਲਣਾ। ਸੋ ਆਓ ਹੁਣ ਅਸੀਂ ਦੇਖੀਏ ਉਧਾਰ ਦੇ ਸੰਬੰਧੀ, ਤੇ ਅਸੀਂ ਹੁਣ ਇਸ ਨੂੰ 35 ਤੋਂ ਲੈ ਕੇ, ਆਓ ਇਸ ਨੂੰ ਸਾਰੇ ਚੈਪਟਰ ਪੜ੍ਹਦੇ ਹਾਂ। ਪ੍ਰਭੂ ਨੇ ਅੱਗੇ ਕਿਹਾ, ਜੇਕਰ ਤੁਹਾਡੇ ਕਿਸੇ ਭਰਾ ਦੇ ਬੁਰੇ ਦਿਨ ਆਉਣ ਤੇ ਉਹ ਆਪਣੇ ਆਪ ਨੂੰ ਨਾ ਸੰਭਾਲ ਸਕੇ ਤਾਂ ਤੁਸੀਂ ਉਸ ਦੀ ਉਸੇ ਤਰ੍ਹਾਂ ਦੇਖਭਾਲ ਕਰਨਾ ਜਿਸ ਤਰ੍ਹਾਂ ਆਪਣੇ ਵਿੱਚ ਰਹਿ ਰਹੇ ਪਰਾਇਆਂ ਜਾਂ ਪਰਦੇਸੀਆਂ ਦੀ ਦੇਖਭਾਲ ਕਰਦੇ ਹੋ। ਤੁਸੀਂ ਉਸ ਤੋਂ ਕਿਸੇ ਤਰ੍ਹਾਂ ਦਾ ਵਿਆਜ ਨਾ ਲੈਣਾ ਅਤੇ ਨਾ ਹੀ ਉਸ ਦੇ ਖਾਤੇ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਕਰਨਾ। ਸੋ ਤੁਸੀਂ ਆਪਣੇ ਭਰਾ ਦੀ ਮਦਦ ਪਰਮੇਸ਼ਰ ਤੋਂ ਡਰਦੇ ਹੋਏ ਕਰਨਾ। ਤੁਸੀਂ ਉਸ ਨੂੰ ਨਾ ਵਿਆਜ ਤੇ ਉਧਾਰ ਦੇਣਾ ਅਤੇ ਨਾ ਹੀ ਉਸ ਨੂੰ ਅਨਾਜ ਆਪਣੇ ਲਾਭ ਲਈ ਦੇਣਾ। ਮੈਂ ਹੀ ਪ੍ਰਭੂ ਤੁਹਾਡਾ ਪਰਮੇਸ਼ਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਕੇ ਲਿਆਇਆ ਹਾਂ ਕਿ ਤੁਹਾਨੂੰ ਕਨਾਨ ਦੇਸ਼ ਦੀ ਧਰਤੀ ਦੇਵੇ ਕਿ ਤੁਸੀਂ ਮੈਨੂੰ ਆਪਣਾ ਪਰਮੇਸ਼ਰ ਮੰਨੋ, ਗੁਲਾਮ ਨੂੰ ਆਜ਼ਾਦ ਕਰਨਾ। ਪ੍ਰਭੂ ਨੇ ਅੱਗੇ ਕਿਹਾ, ਜੇਕਰ ਕੋਈ ਤੁਹਾਡਾ ਇਸਰਾਏਲੀ ਭਰਾ ਗਰੀਬੀ ਦੀ ਹਾਲਤ ਵਿੱਚ ਆਪਣੇ ਆਪ ਨੂੰ ਤੁਹਾਡੇ ਅੱਗੇ ਵੇਚ ਦੇਵੇ ਤਾਂ ਤੁਸੀਂ ਉਸ ਨਾਲ ਗੁਲਾਮਾਂ ਵਾਲਾ ਵਰਤਾਓ ਨਾ ਕਰਨਾ। ਉਹ ਤੁਹਾਡੇ ਨਾਲ ਇੱਕ ਮਜ਼ਦੂਰ ਜਾਂ ਮੁਸਾਫਰ ਦੀ ਤਰ੍ਹਾਂ ਬਹਾਲੀ ਦੇ ਵਰ੍ਹੇ ਤੱਕ ਤੁਹਾਡੀ ਸੇਵਾ ਕਰੇ ਅਤੇ ਫਿਰ ਤੁਹਾਡੇ ਕੋਲੋਂ ਆਜ਼ਾਦ ਹੋ ਕੇ ਉਹ ਆਪਣੇ ਟੱਬਰ ਅਤੇ ਪੁਰਖਿਆਂ ਨਾਲ ਘਰ ਵਾਪਸ ਜਾ ਸਕਦਾ ਹੈ, ਕਿਉਂਕਿ ਸਭ ਇਸਰਾਏਲੀ ਮੇਰੇ ਗੁਲਾਮ ਹਨ। ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਹਾਂ, ਇਸ ਲਈ ਉਹ ਅੱਗੇ ਵੇਚੇ ਨਹੀਂ ਜਾ ਸਕਦੇ ਹਨ। ਤੁਸੀਂ ਉਸ ਨਾਲ ਸਖਤੀ ਵਾਲਾ ਵਰਤਾਓ ਨਾ ਕਰਨਾ, ਸਗੋਂ ਪਰਮੇਸ਼ਰ ਤੋਂ ਡਰਨਾ। ਤੁਸੀਂ ਆਪਣੇ ਲਈ ਗੁਲਾਮ ਆਦਮੀ ਜਾਂ ਔਰਤਾਂ ਆਪਣੇ ਆਸੇ-ਪਾਸੇ ਦੀਆਂ ਪਰਾਈਆਂ ਜਾਤਾਂ ਵਿੱਚੋਂ ਖਰੀਦ ਸਕਦੇ ਹੋ। ਤੁਸੀਂ ਆਪਣੇ ਵਿੱਚ ਰਹਿ ਰਹੇ ਪਰਦੇਸੀ ਜਾਂ ਮੁਸਾਫਰਾਂ ਵਿੱਚੋਂ ਵੀ ਗੁਲਾਮ ਖਰੀਦ ਸਕਦੇ ਹੋ ਅਤੇ ਉਹਨਾਂ ਨੂੰ ਆਪਣੀ ਜਾਇਦਾਦ ਵਾਂਗ ਰੱਖ ਸਕਦੇ ਹੋ। ਤੁਸੀਂ ਇਹੋ ਜਿਹੇ ਗੁਲਾਮਾਂ ਨੂੰ ਅੱਗੇ ਆਪਣੀ ਸੰਤਾਨ ਲਈ ਵੀ ਛੱਡ ਸਕਦੇ ਹੋ ਕਿ ਉਹ ਗੁਲਾਮ ਉਹਨਾਂ ਦੀ ਸੇਵਾ ਵੀ ਕਰਨ।
ਪਰ ਇਸ ਤਰ੍ਹਾਂ ਦਾ ਸਖਤ ਵਰਤਾਓ ਤੁਸੀਂ ਆਪਣੇ ਕਿਸੇ ਇਸਰਾਏਲੀ ਭਰਾ ਨਾਲ ਨਾ ਕਰਨਾ। ਜੇਕਰ ਕਦੀ ਤੁਹਾਡੇ ਵਿੱਚ ਰਹਿ ਰਹੇ ਕੋਈ ਪਰਦੇਸੀ ਜਾਂ ਮੁਸਾਫਰ ਇੰਨਾ ਅਮੀਰ ਹੋ ਜਾਵੇ ਕਿ ਉਸ ਕੋਲ ਕਦੀ ਕੋਈ ਤੁਹਾਡਾ ਭਰਾ ਆਪਣੀ ਗਰੀਬੀ ਕਾਰਨ ਆਪਣੇ ਆਪ ਨੂੰ ਵੇਚ ਦੇਵੇ, ਤਾਂ ਵੇਚੇ ਜਾਣ ਦੇ ਪਿੱਛੋਂ ਉਸ ਨੂੰ ਵਾਪਸ ਆਪਣੀ ਆਜ਼ਾਦੀ ਖਰੀਦਣ ਦਾ ਹੱਕ ਹੋਵੇਗਾ। ਉਸ ਦਾ ਕੋਈ ਲਾਗੇ ਦਾ ਸੰਬੰਧੀ ਵੀ ਉਸ ਦੀ ਆਜ਼ਾਦੀ ਉਸ ਲਈ ਖਰੀਦ ਸਕਦਾ ਹੈ। ਉਸ ਦਾ ਚਾਚਾ ਜਾਂ ਮਾਮਾ ਜਾਂ ਚਾਚੇ ਜਾਂ ਮਾਮੇ ਦਾ ਪੁੱਤ, ਭਰਾ ਜਾਂ ਕੋਈ ਦੂਜਾ ਸੰਬੰਧੀ ਉਸ ਦਾ ਮੁੱਲ ਦੇ ਕੇ ਉਸ ਨੂੰ ਆਜ਼ਾਦ ਕਰਵਾ ਸਕਦਾ ਹੈ। ਉਸ ਕੋਲ ਆਪਣਾ ਧਨ ਹੋ ਜਾਣ ਤੇ ਉਹ ਆਪਣੀ ਆਜ਼ਾਦੀ ਖਰੀਦ ਸਕਦਾ ਹੈ। ਉਸ ਦਾ ਮੁੱਲ ਉਸ ਦੇ ਵੇਚੇ ਜਾਣ ਤੋਂ ਲੈ ਕੇ ਬਹਾਲੀ ਦੇ ਸਾਲ ਤੱਕ ਦੇ ਸਮੇਂ ਦੀ ਮਜ਼ਦੂਰੀ ਦੇ ਬਰਾਬਰ ਹੋਵੇਗਾ। ਜੇਕਰ ਕਦੀ ਬਹਾਲੀ ਦੇ ਸਾਲ ਵਿੱਚ ਅਜੇ ਸਮਾਂ ਬਾਕੀ ਹੈ ਤਾਂ ਉਹ ਉਸ ਦੇ ਬਰਾਬਰ ਆਪਣਾ ਮੁੱਲ ਭਰ ਦੇਵੇ। ਇਸੇ ਤਰ੍ਹਾਂ ਜੇਕਰ ਘੱਟ ਸਮਾਂ ਹੈ ਤਾਂ ਘੱਟ ਮੁੱਲ ਭਰ ਦੇਵੇ। ਉਸ ਦੀ ਥਾਂ ਉਸ ਦੇ ਖਰੀਦਣ ਵਾਲੇ ਕੋਲ ਸਾਲਾਨਾ ਕਿਰਾਏ ਤੇ ਲਏ ਜਾਣ ਵਾਲੇ ਕਾਮੇ ਵਰਗੀ ਹੋਵੇਗੀ। ਟੱਬਰ ਸਮੇਤ ਆਜ਼ਾਦ ਕਰ ਦਿੱਤਾ ਜਾਵੇ, ਕਿਉਂਕਿ ਇਸਰਾਏਲੀ ਲੋਕ ਕੇਵਲ ਮੇਰੇ ਹੀ ਗੁਲਾਮ ਹਨ। ਉਹਨਾਂ ਨੂੰ ਮੈਂ ਹੀ ਮਿਸਰ ਤੋਂ ਕੱਢ ਕੇ ਲਿਆਇਆ ਹਾਂ। ਮੈਂ ਹੀ ਉਹਨਾਂ ਦਾ ਪ੍ਰਭੂ ਪਰਮੇਸ਼ਰ ਹਾਂ। ਆਮੀਨ। ਸੋ ਜਿਹੜਾ ਸ਼ਬਦ ਇੱਥੇ ਵਰਤਿਆ ਗਿਆ ਹੈ ਮਲਕ, ਮੈਂ ਇਹਨਾਂ ਦਾ ਰਾਜਾ ਹਾਂ। ਪ੍ਰਭੂ ਨੇ ਇਜ਼ਰਾਈਲੀ ਲੋਕਾਂ ਨੂੰ ਆਪਣੇ ਗੁਲਾਮ ਨਹੀਂ ਬਣਾਇਆ। ਉਸਨੇ ਕਿਹਾ ਇਹਨਾਂ ਨੂੰ ਮੈਂ ਗੁਲਾਮੀ ਚੋਂ ਛੁਡਾ ਕੇ ਆਪਣੇ ਲਈ ਲੈ ਕੇ ਆਇਆ। That's the main thing. That's the main purpose ਇੱਥੇ ਚੱਲਦਾ ਪਿਆ। ਔਰ ਬਾਕੀ ਜਿਹੜਾ ਸਾਰਾ ਕੁਛ ਆ ਉਹ ਜਿਸ ਤਰ੍ਹਾਂ ਜ਼ਮੀਨ ਦੇ ਉੱਤੇ ਲਾਗੂ ਹੁੰਦਾ ਪਿਆ ਉਸੇ ਤਰ੍ਹਾਂ ਇੱਥੇ ਲਾਗੂ। ਅਗਰ ਕਿਸੇ ਇਨਸਾਨ ਨੇ ਆਪਣੀ ਗਰੀਬੀ ਦੇ ਵਿੱਚ ਆਪਣੇ ਆਪ ਨੂੰ ਵੇਚ ਦਿੱਤਾ ਔਰ ਉਸਦੀ ਜਿਹੜੀ ਕੀਮਤ ਉਹ ਸੈੱਟ ਕਰ ਦਿੱਤੀ ਜਾਂਦੀ ਸੀ, ਔਰ ਸੇਮ ਜੇ ਉਸਨੇ ਆਪਣੇ ਆਪ ਨੂੰ, ਜਿੱਦਾਂ ਅਸੀਂ ਪਿੱਛੇ ਉਦਾਹਰਨ ਦੇਖੀ ਕਿ ਉਸਨੇ ਆਪਣੇ ਆਪ ਨੂੰ 50,000 ਦੇ ਵਿੱਚ ਵੇਚ ਦਿੱਤਾ। ਠੀਕ, ਸੋ ਹਰੇਕ ਸਾਲ ਜੁਬਲੀ ਵਾਲੇ ਸਾਲ ਤੱਕ ਜਿਹੜਾ ਅੱਗੇ ਆਉਣਾ, ਬਹਾਲੀ ਦਾ ਸਾਲ ਜਿਸ ਲਈ ਆਉਣਾ, ਜਿਹੜਾ ਇੱਕ ਸਾਲ ਜਿਹੜਾ ਗਿਣਿਆ ਜਾ ਰਿਹਾ ਔਰ ਇੱਕ ਸਾਲ ਉਸਦੀ ਜਿਹੜੀ ਕੀਮਤ ਉਹ ਘਟਦੀ ਜਾਂਦੀ। ਸੋ ਉਸਦਾ ਮੰਨ ਲਓ ਕਿ ਉਸਦੇ 25 ਸਾਲ ਰਹਿੰਦੇ ਆ ਔਰ ਉਸਦੇ ਕਿਸੇ ਭਰਾ ਨੂੰ ਦੇ ਉੱਤੇ ਪ੍ਰਭੂ ਨੇ ਕਿਰਪਾ ਕੀਤੀ, ਉਹਦੇ ਦਿਲ ਨੂੰ ਨਰਮ ਕੀਤਾ। ਉਸਨੇ ਕਿਹਾ ਕਿ ਮੈਂ ਆਪਣੇ ਭਰਾ ਨੂੰ ਛੁਡਵਾਉਣਾ ਮੰਗਦਾ, ਸੋ ਉਸਨੂੰ 25,000 ਦੇਣਾ ਪਏਗਾ। ਅਗਰ 40 ਸਾਲ ਬੀਤ ਚੁੱਕੇ ਆ, 40 ਸਾਲਾਂ ਬਾਅਦ ਕਿਸੇ ਦੀ ਪ੍ਰਭੂ ਨੇ ਉਸਦੀ ਸੁਣ ਲਈ ਤੇ ਕੋਈ 10,000 ਦੇ ਕੇ ਛੁਡਾ ਸਕਦਾ। ਲੇਕਿਨ ਅਗਰ ਉਸ ਗੁਲਾਮ ਨੂੰ ਜਿੱਥੇ ਉਹ ਕੰਮ ਕਰਦਾ ਪਿਆ ਉਸਨੂੰ ਉਸਦੀ ਕੀਮਤ ਵੀ ਮਿਲਦੀ ਤੇ ਉਸਨੇ ਆਪਣੇ ਪੈਸੇ ਇਕੱਠੇ ਕਰ ਲਏ ਤੇ ਆਪਣੀ ਕੀਮਤ ਦੇ ਕੇ ਵੀ ਆਪਣੇ ਆਪ ਨੂੰ ਛੁਡਾ ਸਕਦਾ ਔਰ ਕੀਮਤ ਉਸੇ ਹਿਸਾਬ ਦੇ ਨਾਲ ਦਿੱਤੀ ਜਾਏਗੀ। Isn't that amazing? ਕਈ ਸੋਚਿਆ ਸੀ ਤਾਂ ਕਿੰਨਾ ਪ੍ਰਭੂ ਦਾ ਰਹਿਮ, ਕਿੰਨੀ ਪ੍ਰਭੂ ਦੀ ਦਇਆ ਅਸੀਂ ਦੇਖਦੇ ਪਏ। ਹੁਣ ਅਗਰ ਅਸੀਂ ਸੰਤ ਪੌਲ ਨੂੰ ਵੀ ਦੇਖੀਏ ਨਾ ਤਾਂ ਉਹਦੇ ਜਿਹੜੇ ਜਿੰਨੇ ਵੀ ਖਾਤਾ ਉਸਦੇ ਵਿੱਚ ਉਹ ਆਪਣੇ ਆਪ ਨੂੰ ਡੂਲੋਸ ਆਫ ਕ੍ਰਾਈਸਟ ਕਹਿੰਦਾ, ਜਿਸ ਦਾ ਮਤਲਬ ਹੈ ਮਸੀਹ ਦਾ ਖਰੀਦਿਆ ਹੋਇਆ ਜਾਂ ਮਸੀਹ ਦਾ ਗੁਲਾਮ। ਉਹ ਆਪਣੇ ਆਪ ਨੂੰ ਮਸੀਹ ਦਾ ਗੁਲਾਮ ਕਹਿੰਦਾ। ਔਰ ਇਹ ਸੇਮ ਲੈਂਗੁਏਜ ਜਿਹੜੀ ਚੱਲਦੀ ਪਈ ਹੈ, ਉਹੀ ਲੈਂਗੁਏਜ ਨਵੇਂ ਨਿਯਮ ਦੇ ਵਿੱਚ ਉਹ ਬੋਲਦਾ ਪਿਆ, ਜਿਹੜੀ ਲੈਂਗੁਏਜ ਪੁਰਾਣੇ ਨਿਯਮ ਦੇ ਵਿੱਚ ਇਬਰਾਨੀ ਦੇ ਵਿੱਚ। ਔਰ ਅਸੀਂ ਜਿਹੜੇ ਪ੍ਰਭੂ ਦੇ ਲਈ ਖਰੀਦੇ ਗਏ ਹਨ, ਖਰੀਦ ਜਿਹੜੀ ਹੁੰਦੀ ਹੈਗੀ ਆ, ਪ੍ਰਭੂ ਨੇ ਸਾਨੂੰ ਆਪਣੇ ਲਈ ਖਰੀਦ ਲਿਆ। ਅਸੀਂ ਇੱਕ ਸਮੇਂ ਪਾਪ ਦੇ ਗੁਲਾਮ ਸੀ, ਜਿਸਨੇ ਸਾਨੂੰ ਉੱਥੋਂ ਆਜ਼ਾਦ ਕੀਤਾ ਔਰ ਆਪਣੇ ਲਈ ਵੱਖਰਾ ਕਰ ਲਿਆ। ਸੋ ਇਸੇ ਤਰ੍ਹਾਂ ਪ੍ਰਭੂ ਇਹ ਸਾਰੀ ਚੀਜ਼ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਗਰੀਬਾਂ ਦੇ ਨਾਲ ਕਿਸ ਤਰ੍ਹਾਂ ਵਰਤਾਓ ਕਰਨਾ। ਮੰਨ ਲਓ ਕਿ ਕੋਈ ਬਹੁਤ ਭਾਰੇ ਸਮੇਂ ਦੇ ਵਿੱਚ ਤੁਹਾਡੇ 'ਚ ਕੋਈ ਫਸ ਗਿਆ, ਉਹਦੀ ਫਸਲ ਨਹੀਂ ਹੋਈ ਜਾਂ ਕੁਛ ਨਹੀਂ ਹੋਇਆ, ਉਹਦੇ ਕੋਲ ਕੁਛ ਨਹੀਂ ਹੈਗਾ, ਤਾਂ ਫਿਰ ਤੁਸੀਂ ਉਸ ਨੂੰ ਰਿਫਿਊਜੀ ਵਾਂਗ ਨੂੰ ਸੰਭਾਲਣਾ। ਜਿੱਦਾਂ ਜੋ ਤੁਹਾਡੇ ਜਿਸ ਤਰ੍ਹਾਂ ਤੁਸੀਂ ਪਰਦੇਸੀਆਂ ਤੇ ਰਿਫਿਊਜੀਆਂ ਨੂੰ ਸੰਭਾਲਦੇ ਆ, ਉਸੇ ਤਰ੍ਹਾਂ ਫਿਰ ਤੁਸੀਂ ਉਹਨੂੰ ਸੰਭਾਲਣਾ, ਉਹਦੀ ਸਾਂਭ ਸੰਭਾਲ ਕਰਨੀ ਜਦ ਤੱਕ ਕਿ ਉਹ ਆਪਣੇ ਪੈਰਾਂ ਤੇ ਮੁੜ ਕੇ ਨਾ ਆ ਜਾਵੇ। ਇਸ ਚੀਜ਼ ਨੂੰ ਯਾਦ ਰੱਖਦਿਆਂ ਹੋਇਆਂ ਕਿ ਤੁਸੀਂ ਇੱਕ ਸਮੇਂ ਗੁਲਾਮ ਸੀ, ਤੁਹਾਡੇ ਕੋਲ ਕੁਛ ਨਹੀਂ ਸੀ, ਤੁਹਾਨੂੰ ਹੁਣ ਦਿੱਤਾ ਗਿਆ ਔਰ ਜੋ ਕੁਛ ਤੁਹਾਨੂੰ ਦਿੱਤਾ ਉਹ ਮੇਰਾ ਦਿੱਤਾ ਗਿਆ। ਤੁਸੀਂ ਇਸ ਦੇ ਲਈ ਜੰਗਾਂ ਨਹੀਂ ਲੜਨੀਆਂ, ਤੁਹਾਡੇ ਲਈ ਜੰਗ ਮੈਂ ਲੜਨੀ ਹੈ। ਮੈਂ ਜੰਗ ਲੜਨੀ ਹੈ, ਤੁਸੀਂ ਕਬਜ਼ੇ ਕਰਨੇ।
मैं जंग लड़नी है, तुसीं कब्जे करने हैं। सो वो जिहड़ी धरती तुहानूं मैं देनी आ, उस धरती दे उत्ते मेरा कानून चलना, ना कि तुहाडा कानून चलना, ना कि इस धरती दा कानून चलना। तुसीं इस धरती दे लोकां दे वांग अपना कानून नहीं बनाउणा, जो मैं तुहानूं कह रिहा तुसीं इस दे अनुसार अपना जीवन गुजारना। और ये सारियां चीज़ां असीं अपने विच पूरीआं हुंदिआं देखांगे मसीह दे विच आउण तों बाद। ठीक, आओ दुआ करिए। थैंक यू प्यारे प्रभु, तेरा शुक्र करदे हां तेरी दया दे लई, तेरे रहम दे लई, तेरे प्यार दे लई। तेरा शुक्र करदे हां खुदावंद कि तू सानूं अपने लिए खरीदिया ते वखरे कीता, और असीं तेरे लोक हां। और तेरी इस दया दे लई जो प्रभु जी तू साडे उत्ते डोलदा है, तू साडे छिड़कदा नहीं प्रभु जी, डोलदा है। प्यारे प्रभु, तेरा शुक्र करदे हां तेरी महानता दे लई, तेरे प्यार दे लई। असीं जदों पापी ही सी तां मसीह साडे लई होया। तेरा शुक्र साडे समय दे विच प्रभु जी तू बरकत पाई। तेरे शब्द नूं खुदावंद असीं उन्हां अखां दे नाल देखिया जो प्रभु जी तेरे वल्लों दित्तियां गईयां सी, और ये सब कुछ तो प्रभु जी होण दे साडी एक नवां बनते, एक नवां प्रभु जी अपना रहम कर। असीं अपने आप में शरीरक तौर पर खुदावंद, मानसिक तौर पर और आत्मिक तौर पर प्रभु जी तेरे तो बरकत मांगते। शरीर में प्रभु जी तंदुरुस्ती दे, मन नूं प्रभु जी एकाग्रता दे, और आत्मा दे विच प्रभु जी तेरी पवित्र आत्मा दी हजूरी। जब तक असीं दोबारा मिलिए, तेरी रहम तेरी दया साडे सब दे नाल बनी रहे, और तेरी राखी साडे सब मसीह यीशु दे मिठे ब्लess you, प्रभु धन्नवाद करते हैं तुहाडे सब दे नाल।